ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਤੇ ਉਹ ਬੰਦਾ ਕਹਿ ਰਿਹਾ ਸੀ ਵੀ ਮੈਂ ਤਾਂ ਆਪਦਾ ਘੁੰਮਣ ਚੱਲਿਆ ਵਾ ਆਪਦੇ ਦੋਸਤਾਂ ਦੇ ਨਾਲ, ਤੇਰਾ ਤਾਂ ਹੀ ਕੁਛ ਰਹਿਣਾ। ਤੇ ਔਰਤ ਕਹਿੰਦੀ ਵੀ ਜੇ ਤੂੰ ਚੱਲਿਆ ਵਾ ਤਾਂ ਰਹਿਣਾ, ਫਿਰ ਮੈਂ ਵੀ ਹੈ ਨਹੀਂ, ਮੈਂ ਤਾਂ ਆਪ ਚੱਲੀ ਆ, ਤੂੰ ਉਹਦਾ ਸਾਂਭ ਨਾ ਸਾਂਭ ਘਰ ਨੂੰ, ਹਨਾ। ਜਿਵੇਂ ਡਾਕਟਰ ਅਮਰਵੀਰ ਕਹਿੰਦੇ ਹੁੰਦੇ ਕਿ ਬੰਦਾ ਬੰਦੇ ਨਾਲ ਨਹੀਂ ਲੜਦਾ, ਬੰਦੇ ਦੀ ਹਉਮੈ ਬੰਦੇ ਨਾਲ ਦੂਜੇ ਬੰਦੇ ਨਾਲ ਲੜ ਰਹੀ ਹੁੰਦੀ ਗੱਲ ਹੀ ਸਾਰੀ ਈਗੋ ਦੀ ਆ। ਹੁਣ ਉੱਥੇ ਵੀ ਤਾਂ ਜੇ ਆਪਾਂ ਦੇਖੀਏ ਵੀ ਉਹ ਛੋਟਾ ਜਿਹਾ ਕੇਸ ਸੀਗਾ, ਇੱਕ ਈਗੋ ਹੋਣੀ ਆ ਉਹਨਾਂ ਦੀ। ਤੁਸੀਂ 3 ਮਹੀਨੇ ਦੋਨਾਂ ਚੋਂ ਕਿਸੇ ਨੂੰ ਜ਼ਰੂਰੀ ਹੋਈ ਨਹੀਂ ਲੱਗਿਆ ਵੀ ਮੈਂ ਪਾਰਟਨਰ ਦੇ ਗੱਲ ਨਾਲ ਮੇਰਾ ਰੋਸਾ ਵਾ, ਗਿਲਾ ਵਾ, ਮੈਂ ਉਹਦੇ ਨਾਲ ਗੱਲ ਨਹੀਂ ਕਰਨੀ, ਬਟ ਘੱਟੋ ਘੱਟ ਮੈਂ ਇੱਕ ਕਾਲ ਕਰਕੇ ਜਾਂ ਇੱਕ ਸੁਨੇਹਾ ਲਾ ਕੇ ਆਪਣੇ ਬੱਚੇ ਦਾ ਹਾਲ ਚਾਲ ਤਾਂ ਜ਼ਰੂਰ ਜਾਣ ਸਕਦਾ ਜਾਂ ਜਾਣ ਸਕਦੀ ਹਾਂ, ਹਨਾ। ਸਾਡਾ ਜਿਹੜਾ ਮੁਲਕ ਆ ਇਹਦੇ 'ਚ ਮੈਨੂੰ ਲੱਗਦਾ ਮਾਨਸਿਕ ਬਿਮਾਰੀਆਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਹੈ ਨਾ। ਤੁਹਾਡੇ ਸਰੀਰ 'ਤੇ ਹੋਇਆ ਜ਼ਖਮ ਲੋਕ ਦੇਖਦੇ ਨੇ, ਪਰ ਤੁਹਾਡੇ ਮਨਾਂ 'ਤੇ ਹੋਏ ਜ਼ਖਮਾਂ ਨੂੰ ਨਹੀਂ ਨੋਟਿਸ ਕੀਤਾ ਜਾਂਦਾ। 3 ਸਾਲ ਦੇ ਬੱਚੇ ਨੇ ਹਰ ਕੋਸ਼ਿਸ਼ ਕੀਤੀ ਵੀ ਜਿਹਦੇ ਨਾਲ ਉਹ ਚਾਹੁੰਦਾ ਸੀ ਵੀ ਮੈਂ ਇਸ ਕਮਰੇ ਤੋਂ ਬਾਹਰ ਨਿਕਲ ਜਾਂ ਕਿਸੇ ਤਰੀਕੇ ਨਾਲ ਮੈਨੂੰ ਕੋਈ ਦੇਖ ਲਵੇ ਜਾਂ ਸੁਣ ਲਵੇ, ਹੈ ਨਾ। ਅਤੇ ਉਹ ਕਹਿੰਦੇ ਵੀ ਮਤਲਬ ਦਰਵਾਜ਼ਿਆਂ ਦੇ ਪਿੱਛੇ ਨਾ ਨੌਹਾਂ ਦੇ ਵੀ ਨਿਸ਼ਾਨ ਤੱਕ ਸੀਗੇ। ਸੋ ਅਸੀਂ ਈਗੋ ਸਾਡੇ ਬੱਚੇ ਦੀ ਜਾਨ ਤੋਂ ਵੀ ਵੱਡੀ ਹੋ ਜਾਂਦੀ ਆ। ਸੋ ਇਹ ਤਾਂ ਇੱਕ ਖਬਰ ਸੀਗੀ, ਇਹੋ ਜਿਹੇ ਹੋਰ ਕਿੰਨੇ ਜ਼ਿਆਦਾ ਕੇਸਿਸ ਨੇਗੇ। ਸੋ ਇਹਦੇ ਨਾਲ ਤਾਂ ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਵੀ ਜਿਹੜੇ ਲੋਕ ਤਰਸਦੇ ਫਿਰਦੇ ਨੇ ਰੱਬ ਉਹਨਾਂ ਨੂੰ ਦੇ ਦੇਵੇ, ਅਤੇ ਇਹੋ ਜਿਹੇ ਲੋਕ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਔਲਾਦ ਹੋਣੀ ਹੀ ਨਹੀਂ ਚਾਹੀਦੀ, ਜਿਹੜੇ ਉਸ ਚੀਜ਼ ਦੀ ਕਦਰ ਹੀ ਨਹੀਂ ਕਰਦੇ ਹੈਗੇ, ਹੈ ਨਾ। ਬੱਚੇ ਨੇ ਛੋਟੇ, ਉਹ ਮਾਂ ਨੂੰ ਨਸੀਹਤ ਦੇਣੀ ਸ਼ੁਰੂ ਕਰ ਦੇਣਗੇ ਵੀ ਜਦੋਂ ਪਾਪਾ ਤੁਹਾਨੂੰ ਇੱਦਾਂ ਕਹਿੰਦਾ ਤਾਂ ਤੁਸੀਂ ਇੱਦਾਂ ਕਰ ਲਿਆ ਕਰੋ, ਹੈ ਨਾ। ਜਾਂ ਪਿਓ ਨੂੰ ਕਹਿਣਾ ਸ਼ੁਰੂ ਕਰ ਦੇਣਗੇ, ਤਾਂ ਇਹਦਾ ਮਤਲਬ ਉਹਨਾਂ 'ਤੇ ਉਸ ਚੀਜ਼ ਦਾ ਅਸਰ ਹੋ ਰਿਹਾ ਅਤੇ ਉਹ ਮਹਿਸੂਸ ਕਰ ਰਹੇ ਨੇ ਉਸ ਚੀਜ਼ ਨੂੰ। ਆਪਣੇ ਹਮੇਸ਼ਾ ਨੇੜੇ ਮਾਂ ਨੂੰ ਹੀ ਰੱਖਿਆ ਜਾਂਦਾ ਕਿ ਬੱਚੇ ਨੂੰ ਸੰਭਾਲਣਾ ਕਰਨਾ ਇਹ ਮਾਂ ਦੀ ਹੀ ਜ਼ਿੰਮੇਵਾਰੀ ਆ। ਹਾਲੇ ਤੱਕ ਇਹ ਥੋਟ ਨੂੰ ਆਪਾਂ ਤੋੜ ਨਹੀਂ ਸਕੇ ਭੈਣੇ, ਅਤੇ ਜਿੰਨੀ ਦੇਰ ਤੱਕ ਇਹ ਥੋਟ ਨਹੀਂ ਟੁੱਟਦਾ ਤਾਂ ਸੱਚੀ ਮਾਂ ਨੂੰ ਇਹੀ ਸਮਝਣਾ ਪੈਣਾ ਕਿ ਮੈਂ ਇਹਦੀ ਪ੍ਰਾਇੋਰਟੀ ਮੈਂ ਆ। ਇਸ ਵਿੱਚ ਵਿਆਹੇ ਹੁੰਦੇ ਹੋ ਨਾ, ਉਦੋਂ ਤੁਹਾਡੀਆਂ ਲੜਾਈਆਂ ਵੱਡੀਆਂ ਵੀ ਹੋ ਸਕਦੀਆਂ ਨੇ, ਛੋਟੀਆਂ ਵੀ ਹੋ ਸਕਦੀਆਂ ਨੇ, ਪਰ ਜਦੋਂ ਤੁਹਾਡੇ ਨਿਆਣੇ ਹੋ ਜਾਂਦੇ ਆ ਨਾ, ਫਿਰ ਤੁਸੀਂ ਇਹ ਸਮਝ ਲਓ ਕਿ ਹੁਣ ਇਹ ਜ਼ਿੰਦਗੀ ਆ ਜਿਹੜੀ ਇਹ ਮੇਰੀ ਨਹੀਂ ਰਹੀ ਸਿਰਫ, ਨਾ ਇਹ ਰਿਸ਼ਤਾ ਹੈ ਜਿਹੜਾ ਮੇਰੇ ਅਤੇ ਮੇਰੇ ਘਰ ਵਾਲੇ ਦੇ ਵਿਚਕਾਰ ਰਿਹਾ ਨਾ, ਜਾਂ ਮੇਰੀ ਪਤਨੀ ਦੇ ਵਿਚਕਾਰ ਰਿਹਾ। ਇਹਦਾ ਮਤਲਬ ਕਿ ਤੁਹਾਡਾ ਬੱਚਾ ਤੁਹਾਡੀ ਜ਼ਿੰਦਗੀ 'ਚ ਆਇਆ ਨਾ ਆਇਆ ਤੁਹਾਡੇ ਲਈ ਇੱਕ ਬਰਾਬਰ ਸੀਗਾ ਉਹ, ਅਤੇ ਨਾ ਹੀ ਤੁਹਾਨੂੰ ਉਸ ਚੀਜ਼ ਦੀ ਅਹਿਮੀਅਤ ਦਾ ਪਤਾ ਲੱਗਿਆ, ਹੈ ਨਾ। ਮੈਂ ਕਦੇ ਨਹੀਂ ਸੋਚਦੀ ਕਿ ਅੱਜ ਮੈਂ ਨਹਾਉਣਾ ਨਹੀਂ, ਮੈਂ ਅੱਜ ਕੰਘੀ ਨਹੀਂ ਕਰਨੀ ਕਿਉਂਕਿ ਫਲਾਣਾ ਤਾਂ ਮੇਰੇ ਨਾਲ ਰੁੱਸਿਆ ਹੋਇਆ ਨਾ। ਉਹ ਅਗਲੇ ਦਾ ਮਿਜਾਜ ਆ, ਪਰ ਤੁਸੀਂ ਆਪਣੇ ਮਿਜਾਜ 'ਚ ਤਬਦੀਲੀ ਨਾ ਲਿਆਓ, ਅਤੇ ਸੱਚੀ ਤੁਹਾਡੀ ਇਹ ਮਿਹਨਤ ਆ ਜਿਹੜੀ ਤੁਹਾਨੂੰ 10 ਸਾਲ ਬਾਅਦ ਆਪਣੇ ਬੱਚਿਆਂ 'ਤੇ ਦਿਸੂਗੀ। ਹੁਣ ਮੈਂ ਇਹਦੀ ਆਹ ਚੀਜ਼ ਮਨਾ ਕੇ ਇਹਨੂੰ ਹਟੂੰਗੀ, ਜਾਂ ਮੈਂ ਹੁਣ ਇਹਦੀ ਆਕੜ ਭੰਨ ਕੇ ਹੀ ਹਟੂੰਗੀ, ਹੈ ਨਾ। ਉੱਥੇ ਜਿਹੜੀ ਚੀਜ਼ ਬਦਲ ਹੀ ਨਹੀਂ ਸਕਦੀ ਹੈਗੀ, ਤਾਂ ਉੱਥੇ ਤੁਸੀਂ ਨਾਲੇ ਤਾਂ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਤੰਗ ਕਰ ਰਹੇ ਹੋ, ਨਾਲੇ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਤੰਗ ਕਰ ਰਹੇ ਹੋ, ਹੈ ਨਾ। ਜਾਂ ਕਈ ਵਾਰੀ ਇਹ ਹੁੰਦਾ ਵੀ ਖਿਝ ਸਾਨੂੰ ਆਪਸ 'ਚ ਚੜ੍ਹੀ ਹੁੰਦੀ ਹੈ ਅਤੇ ਗੁੱਸਾ ਅਸੀਂ ਨਿਆਣਿਆਂ 'ਤੇ ਕੱਢੀ ਜਾਂਦੇ ਹੁੰਦੇ ਆ। ਅਤੇ ਜੇ ਤੁਸੀਂ ਸੱਚੇ ਮਾਂ ਪਿਓ ਤਾਂ ਤੁਸੀਂ ਉੱਥੇ ਪਤੀ ਪਤਨੀ ਬਣ ਕੇ ਨਹੀਂ ਸੋਚ ਸਕਦੇ, ਫਿਰ ਤੁਹਾਨੂੰ ਉੱਥੇ ਮਾਂ ਪਿਓ ਬਣ ਕੇ ਸੋਚਣਾ ਪਊਗਾ। ਜੇ ਕੁੜੀ ਕਹਿ ਦੇਵੇ ਵੀ ਪਹਿਲਾਂ ਵੀ ਮੈਂ ਕਿਸੇ ਦਾ ਨਹੀਂ ਸੀ ਕਰਦੀ ਅਤੇ ਹੁਣ ਵੀ ਮੈਂ ਕਿਸੇ ਦਾ ਨਹੀਂ ਕਰਨਾ, ਤਾਂ ਉੱਥੇ ਓਬਵੀਅਸਲੀ ਕਲੈਸ਼ ਰਹੂਗਾ ਹੀ ਰਹੂਗਾ। ਨਿਆਣਾ ਸੱਚੀ ਤੁਹਾਡੇ ਭਾਵ ਸਮਝ ਲੈਂਦਾ ਕਿ ਤੁਹਾਡਾ ਰਿਸ਼ਤਾ ਕਿਸ ਤਰੀਕੇ ਦਾ ਹੈ। ਨਾਈ ਜਾਂਦੇ ਆ, ਗੱਲ ਨਹੀਂ ਕਰਦੇ, ਜਾਂ ਇੱਕ ਦੂਜੇ ਦੀਆਂ ਆਪਾਂ ਉਹ ਚੀਜ਼ਾਂ ਬਦਲਣ ਦੇ ਲਈ ਕਿਸ ਹੱਦ ਤੱਕ ਚਲੇ ਜਾਂਦੇ ਆ ਵੀ ਆਪਾਂ ਰਿਸ਼ਤੇ ਵੀ ਖ਼ਤਮ ਕਰ ਲੈਂਦੇ ਹਾਂ, ਨਾ। ਸੋ ਮੈਨੂੰ ਲੱਗਦਾ ਵੀ ਉਹ ਚੀਜ਼ਾਂ ਦੀ ਵੀ ਜ਼ਿੱਦ ਨਹੀਂ ਹੋਣੀ ਚਾਹੀਦੀ। ਸਿਰਫ ਓਨੀਆਂ ਚੀਜ਼ਾਂ ਬਦਲੋ ਜਿੰਨੀ ਜ਼ਿੰਮੇਵਾਰੀ ਤੁਹਾਨੂੰ ਲੱਗਦੀ ਹੈ ਵੀ ਇਹ ਯਾਰ ਇੱਥੇ ਹੁਣ ਜ਼ਿੰਮੇਵਾਰੀ ਬਣਦੀ ਹੈ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ। ਅੱਜ ਦੇ ਐਪੀਸੋਡ 'ਚ ਅਸੀਂ ਗੱਲਬਾਤ ਕਰਾਂਗੇ ਕਿ ਕਈ ਵਾਰ ਜਦੋਂ ਮਾਂ-ਬਾਪ ਦੀ ਆਪਸ 'ਚ ਨਹੀਂ ਬਣਦੀ, ਜਾਂ ਮਾਂ-ਬਾਪ ਦੇ ਰਿਸ਼ਤੇ ਦੀ ਜਿਹੜੀ ਆਪਸੀ ਖਿੱਚ ਹੁੰਦੀ ਆ, ਉਹਦਾ ਨਿਆਣਿਆਂ ਦੇ ਉੱਪਰ ਕਿੰਨਾ ਬੁਰਾ ਅਸਰ ਪੈਂਦਾ। ਸੋ ਕੱਲ੍ਹ ਇੱਕ ਖਬਰ ਸੁਣਨ ਦੇ ਵਿੱਚ ਆਈ ਸੀ ਜਿਹੜੀ ਕਿ ਕਈ ਸਾਲ ਪਹਿਲਾਂ ਦੀ ਸੀ, ਤਾਂ ਕੁਛ ਮਹੀਨੇ ਪਹਿਲਾਂ ਦੀ, ਸ਼ਾਇਦ ਸਮਾਂ ਨਹੀਂ ਮੈਨੂੰ ਯਾਦ ਹੈ, ਪਰ ਕਿਸੇ ਨੇ ਸਾਡੇ ਨਾਲ ਖਬਰ ਸਾਂਝੀ ਕੀਤੀ ਅਤੇ ਉਹ ਖਬਰ ਆਪਾਂ ਤੁਹਾਨੂੰ ਦੱਸਾਂਗੇ ਵੀ ਕੀ ਸੀ। ਅਤੇ ਉਹਦੇ ਵਿੱਚ ਇਹ ਸੀਗਾ ਕਿ ਮਾਂ-ਬਾਪ ਦੀ ਜਿਹੜੀ ਆਪਸੀ ਈਗੋ ਸੀ ਉਹਨਾਂ ਦੇ ਰਿਸ਼ਤੇ ਦੀ, ਉਹਦੇ ਵਿੱਚ ਨਿਆਣੇ ਨੂੰ ਆਪਦੀ ਜਾਨ ਤੱਕ ਵੀ ਦੇਣੀ ਪਈ। ਸੋ ਅੱਜ ਇਸੇ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਭੈਣ ਰੁਪਿੰਦਰ ਸੰਧੂ ਮੇਰੇ ਨਾਲ ਨੇ, ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਭੈਣੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੀਦੀ, ਕੀ ਹਾਲ ਆ? ਬਹੁਤ ਵਧੀਆ, ਠੀਕ ਠਾਕ। ਤੁਸੀਂ ਠੀਕ ਹੋ? ਵਧੀਆ। ਕੱਲ੍ਹ ਨਾ ਆਪਣੇ ਕੋਲੇ ਤੇਜਾ ਭਾ ਹੁਣੀ ਆਏ ਸੀਗੇ, ਅਤੇ ਐਵੇਂ ਬਹੁਤ ਸਾਰੀਆਂ ਗੱਲਾਂ ਡਿਸਕਸ ਕਰ ਰਹੇ ਸੀਗੇ, ਅਤੇ ਡਿਸਕਸ ਕਰਦੇ ਹੋਏ ਉਹ ਜਿਵੇਂ ਆਪਦੇ ਵੱਲੋਂ ਕਵਰ ਕੀਤੀਆਂ ਹੋਈਆਂ ਖਬਰਾਂ ਬਾਰੇ ਦੱਸਣ ਲੱਗ ਗਏ, ਹੈ ਨਾ।
ਉਹ ਦੱਸਦੇ ਸੀਗੇ ਵੀ ਇੱਕ ਖਬਰ ਕਿਵੇਂ ਹੁੰਦੀ ਹੈ ਤੇ ਜੇ ਉਸੇ ਖਬਰ ਨੂੰ ਮੈਂ ਵੇਚਣਾ ਚਾਹਾਂ ਤਾਂ ਉਹਨੂੰ ਮੈਂ ਕਿਸ ਤਰੀਕੇ ਨਾਲ ਫਿਰ ਅੱਗੋਂ ਵੇਚ ਸਕਦਾ ਹਾਂ। ਉਹ ਮਤਲਬ ਡਿਫਰੈਂਸ ਦੱਸ ਰਹੇ ਸੀਗੇ, ਜਿਵੇਂ ਆਪਾਂ ਰੀਸੈਂਟਲੀ ਮੀਡੀਆ ਦੇ ਉੱਪਰ ਵੀ ਜਿਵੇਂ ਗੱਲਬਾਤ ਕਰਦੇ ਹੁੰਦੇ ਹਾਂ ਨਾ, ਤਾਂ ਉਹ ਗੱਲਾਂ ਚੱਲਦੀਆਂ ਤੇ ਨਾ ਉਹਨਾਂ ਨੇ ਮੈਨੂੰ ਇੱਕ ਖਬਰ ਸੁਣਾਈ ਜਿਹੜੀ ਕਿ ਲੁਧਿਆਣੇ ਦੀ ਸੀਗੀ। ਕਿੰਨਾ ਸਮਾਂ ਪਹਿਲਾਂ ਦੀ ਹੈ ਮੈਨੂੰ ਇਹ ਨਹੀਂ ਪਤਾ ਹੈਗਾ। ਉਹ ਕਹਿੰਦੇ ਵੀ ਇੱਕ ਮੁੰਡੇ ਕੁੜੀ ਦਾ ਆਪਸ 'ਚ ਰਿਸ਼ਤਾ ਸੀਗਾ ਤੇ ਉਹਨਾਂ ਨੇ ਵਿਆਹ ਕਰਾ ਲਿਆ ਤੇ ਮੁੰਡਾ ਘਰੋਂ ਕਾਫੀ ਤਕੜਾ ਸੀਗਾ ਤੇ ਉਹਨੂੰ ਜਿਵੇਂ ਕੰਮ ਕਰਨ ਦੀ ਆਦਤ ਨਹੀਂ ਸੀਗੀ ਹੈ ਨਾ, ਉਹ ਥੋੜ੍ਹੀ ਜਿਹੀ ਐਸ਼ ਕਿਸਮ ਦਾ ਇਨਸਾਨ ਸੀ, ਵੀ ਚੱਕਣੀ ਗੱਡੀ ਕਿਤੇ ਘੁੰਮਣ ਨਿਕਲ ਜਾਣਾ, ਪੈਸੇ ਖਰਚ ਤੇ ਆਹ ਲੈ ਲਿਆ ਉਹ ਲੈ ਲਿਆ, ਪਰ ਕਮਾਉਣਾ ਕੁਛ ਨਹੀਂ ਹੈਗਾ ਸੀ ਨਾ। ਉਹਨਾਂ ਨੇ ਵਿਆਹ ਤਾਂ ਕਰਾ ਲਿਆ, ਚਲੋ ਘਰਦਿਆਂ ਦੀ ਮਰਜ਼ੀ ਸੀ ਨਾ ਸੀਗੀ, ਤੇ ਵਿਆਹ ਤੋਂ ਥੋੜ੍ਹੇ ਕੁ ਟਾਈਮ ਬਾਅਦ ਹੀ ਉਹਨਾਂ ਦਾ ਮਤਲਬ ਕਲੇਸ਼ ਹੋਣ ਲੱਗ ਗਿਆ, ਡਿਸਪਿਊਟ ਰਹਿਣ ਲੱਗ ਗਿਆ ਵੀ ਆਪਸ 'ਚ ਇੱਕ ਦੂਜੇ ਦੇ ਨਾਲ ਮਤਲਬ ਖਿਝਈਆ ਹੈ ਨਾ ਇੱਕ ਦੂਜੇ 'ਤੇ। ਫਿਰ ਉਹ ਮੁੰਡੇ ਦਾ ਪਰਿਵਾਰ ਉਹਨਾਂ ਤੋਂ ਬਾਹਰ ਹੋ ਗਿਆ। ਉਹ ਕਹਿੰਦੇ ਵੀ ਨਾ ਤਾਂ ਸਾਡੀ ਵੀ ਤੂੰ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ, ਵੀ ਅਸੀਂ ਇਸ ਚੀਜ਼ 'ਚ ਆਉਣਾ ਹੀ ਨਹੀਂ, ਤੁਸੀਂ ਆਪਦਾ ਜਿੱਦਾਂ ਮਰਜ਼ੀ ਸੁਲਝਾਓ, ਵੀ ਅਸੀਂ ਤੁਹਾਨੂੰ ਬੇਦਖਲ ਕਰਦੇ ਹਾਂ ਨਾ। ਫਿਰ ਉਹ ਪਰ ਦੋਨੋਂ ਜਾਣੇ ਹਸਬੈਂਡ ਵਾਈਫ, ਸ਼ਾਇਦ ਉਹਨਾਂ ਦੇ ਜਦ ਤੱਕ ਇੱਕ ਬੱਚਾ ਵੀ ਹੋ ਗਿਆ ਸੀਗਾ, ਉਹ ਉਸੇ ਸ਼ਹਿਰ ਦੇ ਵਿੱਚ ਨਾ ਕਿਸੇ ਇੱਕ ਕੋਠੀ 'ਚ ਕਿਰਾਏ 'ਤੇ ਰਹਿਣ ਲੱਗ ਜਾਂਦੇ ਨੇ, ਤੇ ਬਹੁਤ ਹੀ ਪੌਸ਼ ਏਰੀਆ ਸੀਗਾ ਤੇ ਥੱਲੋਂ ਗਰਾਊਂਡ ਫਲੋਰ ਕੋਠੀ ਦਾ ਖਾਲੀ ਸੀਗਾ, ਉਹ ਫਸਟ ਫਲੋਰ 'ਤੇ ਰਹਿਣ ਲੱਗ ਗਏ। ਇੱਕ ਦਿਨ ਆਈ ਜਿਵੇਂ ਉੱਥੇ ਜਾ ਕੇ ਵੀ ਉਹਨਾਂ ਦੀ ਮਤਲਬ ਨਹੀਂ ਕਲੇਸ਼ ਖਤਮ ਹੋਇਆ ਤੇ ਇੱਕ ਦੂਜੇ ਨੂੰ ਮਤਲਬ ਖਿੱਚ ਉਵੇਂ ਚੱਲਦਾ ਰਿਹਾ ਹੈ ਨਾ। ਇੱਕ ਦਿਨ ਆਈ ਉਹ ਲੜ ਰਹੇ ਸੀਗੇ, ਮੁੰਡਾ ਜਾ ਰਿਹਾ ਸੀ ਆਪਣੇ ਦੋਸਤਾਂ ਨਾਲ ਬਾਹਰ ਕਿਤੇ ਘੁੰਮਣ, ਹਿਮਾਚਲ ਸ਼ਾਇਦ ਜਾਂ ਕਿਤੇ, ਤੇ ਉਹਨਾਂ ਦਾ 3 ਸਾਲ ਦਾ ਜਿਹੜਾ ਬੱਚਾ ਸੀਗਾ ਉਹ ਸੁੱਤਾ ਪਿਆ ਸੀ ਉਸ ਟਾਈਮ ਦੇ ਉੱਪਰ। ਉਹ ਲੇਡੀ ਕਹਿ ਰਹੀ ਸੀਗੀ ਕਿ ਮਤਲਬ ਵੀ ਤੂੰ ਜ਼ਿੰਮੇਵਾਰੀ ਨਹੀਂ ਚੱਕਣੀ ਤਾਂ ਮੈਂ ਵੀ ਨਹੀਂ ਚੱਕਣੀ ਹੈਗੀ, ਜਦ ਤੂੰ ਜ਼ਿੰਮੇਵਾਰੀ ਚੱਕ ਵੀ ਤੇਰਾ ਵੀ ਬਰਾਬਰ ਉਨਾ ਹੀ ਹੱਕ ਬਣਦਾ ਇਸ ਘਰ ਦੇ ਵਿੱਚ ਹੈ ਨਾ। ਤੇ ਉਹ ਬੰਦਾ ਕਹਿ ਰਿਹਾ ਸੀ ਵੀ ਮੈਂ ਤਾਂ ਆਪਦਾ ਘੁੰਮਣ ਚੱਲਿਆ ਵਾ ਆਪਣੇ ਦੋਸਤਾਂ ਦੇ ਨਾਲ, ਤੇਰਾ ਤਾਂ ਹੀ ਕੁਛ ਰਹਿਣਾ। ਤੇ ਔਰਤ ਕਹਿੰਦੀ ਵੀ ਜੇ ਤੂੰ ਚੱਲਿਆ ਵਾ ਤਾਂ ਰਹਿਣਾ, ਫਿਰ ਮੈਂ ਵੀ ਹੈ ਨਹੀਂ, ਮੈਂ ਤਾਂ ਆਪ ਚੱਲੀ ਹਾਂ, ਤੂੰ ਉਹਦਾ ਸਾਂਭ ਨਾ ਸਾਂਭ ਘਰ ਨੂੰ ਹੈ ਨਾ। ਤਾਂ ਉਹ ਬੰਦਾ ਨਿਕਲ ਜਾਂਦਾ ਘਰ ਤੋਂ, ਉਹ ਔਰਤ ਆਪਦਾ ਬਾਥਰੂਮ 'ਚ ਚਲੇ ਜਾਂਦੀ ਹੈ ਤੇ ਉੱਥੇ ਜਾ ਕੇ ਉਹਦਾ ਮੂੰਹ ਸਿਰ ਧੋਂਦੀ ਆ, ਉਹਦਾ ਸਮਾਨ ਸਮੂਨ ਉਹਨੇ ਪੈਕ ਕੀਤਾ ਹੁੰਦਾ ਤੇ ਉਹ ਨਿਕਲ ਜਾਂਦੀ ਆ। ਉਹਨੂੰ ਲੱਗਦਾ ਕਿ ਬੰਦਾ ਘਰੇ ਕਿਸੇ ਦੂਜੇ ਕਮਰੇ 'ਚ ਬੈਠਾ ਹੋਣਾ ਵਾ ਤੇ ਉਹਨੂੰ ਬਿਨਾਂ ਦੱਸੇ ਪੁੱਛੇ ਉਹ ਘਰ ਤੋਂ ਨਿਕਲ ਜਾਂਦੀ ਆ, ਹਾਲਾਂਕਿ ਬੰਦਾ ਉਸ ਤੋਂ ਪਹਿਲਾਂ ਹੀ ਘਰੋਂ ਨਿਕਲ ਗਿਆ ਹੁੰਦਾ। ਉਹਨਾਂ ਘਰਾਂ ਦੇ ਦਰਵਾਜ਼ੇ ਐਵੇਂ ਸੀਗੇ ਵੀ ਉਹ ਮਤਲਬ ਉਹਨਾਂ ਨੂੰ ਜੇ ਤੁਸੀਂ ਬਾਹਰੋਂ ਲਾਉਂਦੇ ਹੋ ਤਾਂ ਲੌਕ ਹੋ ਜਾਂਦੇ ਨੇ, ਤੇ ਉਹਨਾਂ ਦਾ 3 ਸਾਲ ਦਾ ਬੱਚਾ ਉਸੇ ਤਰ੍ਹਾਂ ਉੱਥੇ ਸੁੱਤਾ ਪਿਆ ਸੀਗਾ ਅੰਦਰ। 3 ਮਹੀਨੇ ਨਿਕਲ ਗਏ, ਉਹ ਬੰਦਾ ਘੁੰਮ ਫਿਰ ਕੇ ਆਇਆ 10 ਦਿਨਾਂ ਬਾਅਦ, ਤੇ ਉਹ ਮਤਲਬ ਆਪਦੇ ਪਰਿਵਾਰ ਨਾਲ ਜਾ ਕੇ ਰਹਿਣ ਲੱਗ ਗਿਆ, ਕੁੜੀ ਆਪਦੇ ਪਰਿਵਾਰ ਨਾਲ ਜਾ ਕੇ ਰਹਿਣ ਲੱਗੀ ਜਾਂ ਕਿੱਥੇ ਰਹਿਣ ਲੱਗੀ ਮੈਨੂੰ ਨਹੀਂ ਪਤਾ। ਉਹ ਆਪਦੀਆਂ ਜ਼ਿੰਦਗੀਆਂ 'ਚ ਵਿਅਸਤ ਹੋ ਗਏ ਤੇ 3 ਮਹੀਨੇ ਉਹਨਾਂ ਨੇ ਇੱਕ ਦੂਜੇ ਦੇ ਨਾਲ ਗੱਲ ਨਹੀਂ ਕੀਤੀ ਹੈਗੀ। 3 ਮਹੀਨਿਆਂ ਤੋਂ ਬਾਅਦ ਉਸੇ ਹੀ ਇਲਾਕੇ ਦੇ ਵਿੱਚੋਂ ਆਲੇ ਦੁਆਲੇ ਦੇ ਘਰਦਿਆਂ ਨੇ ਮਤਲਬ ਕੋਈ ਆਪਦੀ ਟੈਂਕੀ ਸਾਫ਼ ਕਰਾਵੇ, ਕੋਈ ਕਵੇ ਵੀ ਸੀਵਰੇਜ 'ਚੋਂ ਸਮੈਲ ਆ ਰਹੀ ਹੈ, ਕੋਈ ਕਵੇ ਕਿਤੋਂ ਆ ਰਹੀ ਹੈ, ਵੀ ਜਦੋਂ ਉਹਨਾਂ ਨੂੰ ਕੁਛ ਵੀ ਨਾ ਲੱਭੇ ਫਿਰ ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਵੀ ਉਹ ਜਿਵੇਂ ਸਮੈਲ ਆਪਾਂ ਸੁੰਘਦੇ ਜਾਂਦੇ ਆ ਨਾ, ਉਹਨਾਂ ਲੱਗੇ ਇਸ ਘਰ 'ਚੋਂ ਸਮੈਲ ਆਉਂਦੀ ਆ ਨਾ। ਤੇ ਉਹ ਕੋਠੀ ਬਹੁਤ ਜ਼ਿਆਦਾ ਵੱਡੀ ਸੀ, ਥੱਲੇ ਕੋਈ ਨਹੀਂ ਸੀ ਰਹਿੰਦਾ, ਬਸ ਫਸਟ ਫਲੋਰ 'ਤੇ 3 ਜਾਣੇ ਹੀ ਰਹਿੰਦੇ ਸੀਗੇ। ਤੇ ਉਹ ਜਦੋਂ ਪੁਲਿਸ ਆਈ, ਜਦੋਂ ਉਹਨਾਂ ਨੇ ਤਫਤੀਸ਼ ਕੀਤੀ, ਸਾਰਾ ਕੁਛ ਦੇਖਿਆ, ਤੇ ਉਹ ਬੱਚੇ ਦੀ ਬੋਡੀ ਨਾ ਉਸੇ ਤਰ੍ਹਾਂ ਉੱਥੇ ਪਈ ਸੀ ਉਸ ਕਮਰੇ ਦੇ ਵਿੱਚ। ਤੇ ਹਾਲਾਂਕਿ ਮਤਲਬ ਬੋਡੀ ਕੀ ਰਹਿ ਗਈ, ਸਿਰਫ ਉਹਦਾ ਪਿੰਜਰ ਰਹਿ ਗਿਆ ਸੀਗਾ ਤੇ ਉਹ ਡੀਕੰਪੋਜ਼ ਹੋਣੀ ਵੀ ਸ਼ੁਰੂ ਹੋ ਚੁੱਕੀ ਸੀਗੀ। ਸੋ ਜਦੋਂ ਉਹਨਾਂ ਨੇ ਮੈਨੂੰ ਇਹ ਖਬਰ ਸੁਣਾਈ ਹੈ ਨਾ, ਤਾਂ ਮੈਂ ਮਤਲਬ ਉਸ ਟਾਈਮ ਵੀ ਸੁਣ ਕੇ ਮੈਨੂੰ ਐਂ ਹੋ ਗਿਆ ਵੀ ਐਂ ਕਿਵੇਂ ਹੋ ਸਕਦਾ ਵਾ ਹੈ ਨਾ। ਤੁਹਾਡੀ ਆਪਸੀ ਰਿਸ਼ਤੇ ਦੀ ਖਿਝ ਸੀ ਤੇ ਉਸ ਖਿਝ ਦੇ ਵਿੱਚ ਜਾਂ ਆਪਦੀ ਤੁਸੀਂ ਤੁਹਾਡੇ ਰਿਸ਼ਤਿਆਂ ਦੀ ਈਗੋ ਸੀ, ਤਾਂ ਉਹਦੇ ਵਿੱਚ ਉਹ ਬੱਚਾ ਜਿਹੜਾ ਤੁਹਾਡੀ ਦੋਵਾਂ ਦੀ ਮਰਜ਼ੀ ਦੇ ਨਾਲ ਇਸ ਦੁਨੀਆ 'ਤੇ ਆਇਆ ਸੀ। ਤੁਸੀਂ 3 ਮਹੀਨੇ ਦੋਨਾਂ 'ਚੋਂ ਕਿਸੇ ਨੂੰ ਜ਼ਰੂਰੀ ਹੀ ਨਹੀਂ ਲੱਗਿਆ ਵੀ ਮੈਂ ਪਾਰਟਨਰ ਦੇ ਗੱਲ ਨਾਲ ਮੇਰਾ ਰੋਸਾ ਵਾ, ਗਿਲਾ ਵਾ, ਮੈਂ ਉਹਦੇ ਨਾਲ ਗੱਲ ਨਹੀਂ ਕਰਨੀ, ਬਟ ਘੱਟੋ ਘੱਟ ਮੈਂ ਇੱਕ ਕਾਲ ਕਰਕੇ ਜਾਂ ਇੱਕ ਸੁਨੇਹਾ ਲਾ ਕੇ ਆਪਣੇ ਬੱਚੇ ਦਾ ਹਾਲ ਚਾਲ ਤਾਂ ਜ਼ਰੂਰ ਜਾਣ ਸਕਦਾ ਜਾਂ ਜਾਣ ਸਕਦੀ ਹਾਂ ਹੈ ਨਾ। ਉਸ ਤੋਂ ਅਗਲੀ ਗੱਲ ਉਹ ਕਹਿੰਦੇ ਵੀ ਚਲੋ ਇਹ ਇੰਨੀ ਕੁ ਖਬਰ ਸੀਗੀ ਹੈ ਨਾ, ਵੀ ਜਿਵੇਂ ਆਪਾਂ ਇਨਵੈਸਟੀਗੇਸ਼ਨ ਜਰਨਲਿਜ਼ਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਾਂ ਕਈ ਵਾਰ ਤੁਸੀਂ ਕੁਛ ਚੀਜ਼ਾਂ ਦੀ ਸੈਂਸਿਟਿਵਿਟੀ ਮਹਿਸੂਸ ਕਰਨੀ ਤੁਹਾਡੇ ਅੰਦਰ ਜਿਉਂਦੀ ਰਹਿਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇੱਕ ਪੱਤਰਕਾਰ ਦੇ ਲਈ। ਉਹ ਕਹਿੰਦੇ ਮੈਂ ਉਹ ਕਮਰਾ ਜਾ ਕੇ ਦੇਖਿਆ, ਵੀ ਉਹ ਕਮਰਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ, ਵੀ ਉਹ ਕਮਰੇ ਦੀ ਹਾਲਤ ਦੇਖ ਕੇ ਲੱਗਦਾ ਸੀਗਾ ਵੀ 3 ਸਾਲ ਦੇ ਬੱਚੇ ਨੇ ਹਰ ਉਹ ਕੋਸ਼ਿਸ਼ ਕੀਤੀ ਵੀ ਜਿਹਦੇ ਨਾਲ ਉਹ ਚਾਹੁੰਦਾ ਸੀ ਵੀ ਮੈਂ ਇਸ ਕਮਰੇ ਤੋਂ ਬਾਹਰ ਨਿਕਲ ਜਾਂ ਕਿਸੇ ਤਰੀਕੇ ਨਾਲ ਮੈਨੂੰ ਕੋਈ ਦੇਖ ਲਵੇ ਜਾਂ ਸੁਣ ਲਵੇ ਹੈ ਨਾ। ਅਤੇ ਉਹ ਕਹਿੰਦੇ ਵੀ ਮਤਲਬ ਦਰਵਾਜ਼ਿਆਂ ਦੇ ਪਿੱਛੇ ਨਾ ਨੌਹਾਂ ਦੇ ਵੀ ਨਿਸ਼ਾਨ ਤੱਕ ਸੀਗੇ, ਜਾਂ ਉਹਦੇ ਜਿੰਨੇ ਖਿਡੌਣੇ ਪਏ ਸੀ ਉਹਨੇ ਜਿਵੇਂ ਮਤਲਬ ਟਾਕੀਆਂ ਦੇ ਵਿੰਡੋਜ਼ ਦੇ ਕੋਲ ਲਿਜਾ ਕੇ ਰੱਖੇ ਹੋਏ ਸੀਗੇ, ਵੀ ਜਾਂ ਚੜ੍ਹ ਕੇ ਉਹਨੇ ਉੱਤੇ ਦੇਖਣ ਦੀ ਕੋਸ਼ਿਸ਼ ਕੀਤੀ ਹੋਣੀ ਆ ਹੈ ਨਾ। ਸੋ ਮੈਨੂੰ ਇੰਨਾ ਬੇਚੈਨ ਕਰਤਾ ਉਸ ਖਬਰ ਨੇ, ਮੈਨੂੰ ਸੱਚੀ ਮੈਨੂੰ ਭੈਣੇ ਰਾਤ
ਨੀਂਦ ਮਤਲਬ ਬਹੁਤ ਔਖੀ ਨੀਂਦ ਆਈ ਹੈ ਨਾ ਵੀ ਈਗੋ ਸਾਡੇ ਲਈ ਕਿੱਡੀ ਵੱਡੀ ਹੋ ਜਾਂਦੀ ਆ ਵੀ ਉਹਦੇ ਵਿੱਚ ਅਸੀਂ ਇਹ ਵੀ ਭੁੱਲ ਜਾਂਦੇ ਹਾਂ ਵੀ ਇਹ ਬੱਚੇ ਨੂੰ ਅਸੀਂ ਜਨਮ ਦਿੱਤਾ ਹੋਇਆ ਵੀ ਇਹ ਬੱਚਾ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਆਪਦੀ ਮਰਜ਼ੀ ਨਾਲ ਨਹੀਂ, ਇਹ ਸਾਡੀ ਮਰਜ਼ੀ ਨਾਲ ਇਸ ਦੁਨੀਆ ਤੇ ਆਇਆ ਹੈ ਨਾ। ਸੋ ਅਸੀਂ ਈਗੋ ਸਾਡੇ ਬੱਚੇ ਦੀ ਜਾਨ ਤੋਂ ਵੀ ਵੱਡੀ ਹੋ ਜਾਂਦੀ ਆ। ਸੋ ਇਹ ਤਾਂ ਇੱਕ ਖਬਰ ਸੀਗੀ, ਇਹੋ ਜਿਹੇ ਹੋਰ ਕਿੰਨੇ ਜ਼ਿਆਦਾ ਕੇਸਿਸ ਨੇਗੇ ਜਿਵੇਂ ਬਾਹਰ ਇਹਨਾਂ ਨਿਆਣਿਆਂ ਨੂੰ ਬ੍ਰੋਕਨ ਹਾਊਸ ਦੇ ਬੱਚੇ ਕਿਹਾ ਜਾਂਦਾ ਵਾ ਹੈ ਨਾ, ਜਿੱਥੇ ਮਾਂ ਬਾਪ ਦਾ ਕਲੈਸ਼ ਰਹਿੰਦਾ ਹੈ ਨਾ ਜਾਂ ਕੁਛ ਵੀ ਆ। ਸੋ ਉੱਥੇ ਤਾਂ ਉਹਨਾਂ ਦੀ ਸੁਣਨ ਦੇ ਲਈ ਬੜੇ ਸਾਰੇ ਲੋਕ ਵੀ ਹੁੰਦੇ ਨੇ, ਜਿਵੇਂ ਸਕੂਲਾਂ ਦੇ ਵਿੱਚ ਉਹਨਾਂ ਦੀ ਕਾਉਂਸਲਿੰਗ ਹੁੰਦੀ ਰਹਿੰਦੀ ਹੈ ਜਾਂ ਉਹ ਸਪੈਸ਼ਲ ਨਿਗਾਹ ਰੱਖਦੇ ਨੇ ਉਸ ਬੱਚੇ ਦੇ ਉੱਪਰ ਹੈ ਨਾ ਵੀ ਇਹਦੇ ਮੰਮੀ ਡੈਡੀ ਦੀ ਨਹੀਂ ਬਣਦੀ ਆਪਸ 'ਚ, ਵੀ ਉਹਦਾ ਨਿਆਣੇ ਦੇ ਉੱਪਰ ਸਾਈਕੋਲੋਜੀਕਲੀ ਅਸਰ ਕਿਵੇਂ ਦਾ ਹੋਊਗਾ। ਪਰ ਆਪਣੇ ਘਰਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਥਾਂ ਹੀ ਹੈ ਨਹੀਂ ਗੀ। ਅਤੇ ਦੂਸਰੀ ਗੱਲ, ਆਪਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ, ਆਈਡੀਆ ਹੀ ਨਹੀਂ ਹੈਗਾ ਵੀ ਜੇ ਮੈਂ ਤੇ ਮੇਰਾ ਘਰ ਵਾਲਾ ਲੜ ਰਹੇ ਹਾਂ ਤਾਂ ਉਹਦਾ ਸਾਡੇ ਬੱਚੇ ਦੇ ਉੱਪਰ ਕਿੰਨਾ ਜ਼ਿਆਦਾ ਅਸਰ ਹੁੰਦਾ ਹੈ ਨਾ। ਜਿਵੇਂ ਹੁਣ ਜੇ ਆਪਾਂ ਕਹਾਂ ਵੀ ਕੋਈ ਵੀ ਰਿਸ਼ਤਾ ਇੱਦਾਂ ਨਹੀਂ ਹੁੰਦਾ ਜਿੱਥੇ ਆਪਾਂ ਥੋੜ੍ਹੀ ਬਹੁਤੀ ਤੂੰ ਮੈਂ ਨਹੀਂ ਵੀ ਹੁੰਦੀ। ਕਈ ਵਾਰ ਆਪਾਂ ਛੋਟੀ ਜਿਹੀ ਕਿਸੇ ਵੈਸੇ ਕੰਮ ਨੂੰ ਲੈ ਕੇ ਆਪਣੀ ਡਿਸਐਗਰੀਮੈਂਟ ਹੋ ਜਾਂਦਾ ਅਤੇ ਆਪਾਂ ਇੱਕ ਦੂਜੇ ਦੇ ਨਾਲ ਲੜ ਪੈਂਦੇ ਹਾਂ ਨਾ। ਕਈ ਵਾਰੀ ਜੇ ਅਸੀਂ ਵੈਸੇ ਵੀ ਥੋੜ੍ਹਾ ਜਿਹਾ ਨੋਰਮਲ ਨਾਲੋਂ ਉੱਚੀ ਆਵਾਜ਼ 'ਚ ਗੱਲ ਕਰਦੇ ਹਾਂ ਤਾਂ ਮਤਲਬ ਮੂੰਹ 'ਤੇ ਹੱਥ ਧਰ ਦਿੰਦੇ ਆ ਕਿਉਂਕਿ ਉਹਨੂੰ ਚੰਗਾ ਨਹੀਂ ਲੱਗਦਾ ਹੈਗਾ। ਫਿਰ ਉਹਨੂੰ ਕਈ ਵਾਰੀ ਦੱਸੀ ਦਾ ਵੀ ਮੰਮਾ ਪਾਪਾ ਤਾਂ ਵੈਸੇ ਡਿਸਕਸ਼ਨ ਕਰ ਰਹੇ ਸੀ ਕਿ ਇਸ ਚੀਜ਼ ਦੇ ਉੱਪਰ, ਜਿਵੇਂ ਕਈ ਵਾਰੀ ਆਪਾਂ ਜ਼ਿਆਦਾ ਹੀ ਭਾਵੁਕ ਹੋ ਜਾਂਦੇ ਕਿਸੇ ਚੀਜ਼ 'ਤੇ ਗੱਲ ਕਰਦੇ ਹਾਂ, ਆਪਣੀ ਆਵਾਜ਼ ਥੋੜ੍ਹੀ ਜਿਹੀ ਉੱਚੀ ਚਲੇ ਜਾਂਦੀ ਹੈ ਨਾ। ਸੋ ਨਿਆਣੇ ਨੂੰ ਉਨੀ ਕੁ ਵੀ ਚੀਜ਼ ਬੋਦਰ ਕਰਦੀ ਆ, ਆਪਾਂ ਕਹਿ ਦਿੰਦੇ ਹਾਂ ਇਹ ਬੱਚੇ ਨੇਗੇ ਹੈ ਨਾ। ਸੋ ਬਹੁਤ ਘਰਾਂ ਦੇ ਵਿੱਚ ਹਸਬੈਂਡ ਵਾਈਫ ਸਿਰਫ ਆਪਣੀ ਈਗੋ ਨੂੰ ਸੈਟਿਸਫਾਈ ਕਰਦੇ ਰਹਿੰਦੇ ਨੇ, ਉਹ ਭੁੱਲ ਜਾਂਦੇ ਨੇ ਵੀ ਸਾਡੀ ਇਸ ਚੀਜ਼ ਦਾ ਸਾਡੇ ਨਿਆਣੇ ਦੇ ਉੱਪਰ ਕੀ ਅਸਰ ਹੋ ਰਿਹਾ ਵਾ। ਗੁਰਦੀਪ, ਆਪਾਂ ਕਹਿੰਦੇ ਹੁੰਦੇ ਹਾਂ ਨਾ ਵੀ ਆਲੇ ਦੁਆਲੇ ਬਹੁਤ ਸਾਰੇ ਮਾਨਸਿਕ ਬਿਮਾਰ ਲੋਕ ਨੇ ਹੈ ਨਾ, ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ 'ਚੋਂ ਵੀ, ਕਿਉਂਕਿ ਹੋ ਸਕਦਾ ਉਹਨਾਂ 'ਚ ਮੈਂ ਵੀ ਹੋਵਾਂ ਨਾ। ਆਪਾਂ ਦਿਸਦੇ ਬਿਲਕੁਲ ਆਮ ਲੋਕਾਂ ਵਰਗੇ ਹਾਂ ਅਤੇ ਸਾਡਾ ਜਿਹੜਾ ਮੁਲਕ ਆ ਇਹਦੇ 'ਚ ਮੈਨੂੰ ਲੱਗਦਾ ਮਾਨਸਿਕ ਬਿਮਾਰੀਆਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਹੈ ਨਾ। ਤੁਹਾਡੇ ਸਰੀਰ 'ਤੇ ਹੋਇਆ ਜ਼ਖਮ ਲੋਕ ਦੇਖਦੇ ਨੇ ਪਰ ਤੁਹਾਡੇ ਮਨਾਂ 'ਤੇ ਹੋਏ ਜ਼ਖਮਾਂ ਨੂੰ ਨਹੀਂ ਨੋਟਿਸ ਕੀਤਾ ਜਾਂਦਾ। ਤਾਂ ਬਹੁਤ ਸਾਰੇ ਘਰ ਸੱਚੀ ਇਹੋ ਜਿਹੇ ਨੇ ਜਿੱਥੇ ਤੁਹਾਨੂੰ ਮਤਲਬ ਬਾਹਰੋਂ ਦੇਖਣ ਨੂੰ ਲੱਗਦਾ ਹੋਣਾ ਵੀ ਰਿਸ਼ਤੇ ਕਿੰਨੇ ਪਰਫੈਕਟ ਨੇ ਹੈ ਨਾ। ਵੀ ਆਪਾਂ ਬਹੁਤ ਸਾਰੇ, ਜਿਵੇਂ ਮੈਂ ਵੀ ਤੁਹਾਡੇ ਨਾਲ ਗੱਲ ਕਰਦੀ ਹੁੰਦੀ ਹਾਂ ਕਿ ਜਦੋਂ ਆਪਾਂ ਸੋਸ਼ਲ ਮੀਡੀਆ ਦੇਖਦੇ ਹਾਂ ਤਾਂ ਉੱਥੇ ਵੀ ਬਹੁਤ ਸਾਰੇ ਕਪਲ ਇਹੋ ਜਿਹੇ ਹੁੰਦੇ ਆ ਜਿਹੜੇ ਇੱਕ ਦੂਜੇ ਦੇ ਨਾਲ ਮੈਚਿੰਗ ਕਰਕੇ ਕੱਪੜੇ ਪਾਉਂਦੇ ਨੇ ਹੈ ਨਾ। ਅਤੇ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਦੋਂ ਤੁਸੀਂ ਕੋਈ ਫੰਕਸ਼ਨ ਹੁੰਦਾ ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਲੱਗਦਾ ਹੁੰਦਾ ਵੀ ਇਹਨਾਂ ਦਾ ਕਿੰਨਾ ਆਪਸ ਵਿੱਚ ਹੈ ਨਾ ਸਨੇਹ ਆ ਜਾਂ ਇਹਨਾਂ ਦੀ ਕਿੰਨੀ ਜ਼ਿਆਦਾ ਬਣਦੀ ਹੋਊਗੀ। ਪਰ ਕੰਧਾਂ ਤੋਂ ਪਾਰ ਵਾਲੇ ਰਿਸ਼ਤੇ ਹੁੰਦੇ ਆ ਜਿਹੜੇ ਤੁਹਾਡੇ ਕਮਰਿਆਂ ਦੇ ਰਿਸ਼ਤੇ ਨੇ, ਉਹ ਮੈਨੂੰ ਲੱਗਦਾ ਤੁਹਾਨੂੰ ਸਿਰਫ ਆਪ ਨੂੰ ਪਤਾ ਹੁੰਦਾ ਹੈ ਨਾ। ਅਤੇ ਸਾਨੂੰ ਲੱਗਦਾ ਹੁੰਦਾ ਵੀ ਇਹਨਾਂ ਰਿਸ਼ਤਿਆਂ ਦਾ ਲਕੋ ਅਸੀਂ ਦੁਨੀਆ ਤੋਂ ਰੱਖ ਰਹੇ ਹਾਂ ਅਤੇ ਬਾਹਰਲੇ ਜਿਹੜੇ ਲੋਕ ਨੇ ਉਹ ਨਹੀਂ ਜਾਣਦੇ ਕਿ ਅਸੀਂ ਘਰੇ ਕਿਵੇਂ ਰਹਿ ਰਹੇ ਹਾਂ ਨਾ। ਪਰ ਸਹੀ ਗੱਲ ਆ ਕਿ ਜਿਹੜੇ ਤੁਹਾਡੇ ਘਰ 'ਚ ਨਿਆਣੇ ਨੇ ਹੈ ਨਾ, ਉਹ ਤੁਹਾਡੇ ਨਾਲ 24 ਘੰਟੇ ਉਸ ਘਰ 'ਚ ਹਾਜ਼ਰ ਨੇ ਅਤੇ ਉਹਨਾਂ ਨੂੰ ਤੁਸੀਂ ਭੁੱਲ ਜਾਂਦੇ ਹੋ। ਤੁਹਾਨੂੰ ਲੱਗਦਾ ਹੁੰਦਾ ਜਿਵੇਂ ਤੁਸੀਂ ਕਿਹਾ ਵੀ ਅਸੀਂ ਸੋਚਦੇ ਹਾਂ ਵੀ ਸਾਡਾ ਬੱਚਾ 5 ਸਾਲ ਦਾ, ਉਹਨੂੰ ਨਹੀਂ ਪਤਾ, ਉਹ 10 ਸਾਲ ਦਾ, ਉਹਨੂੰ ਨਹੀਂ ਪਤਾ, ਜਦ ਕਿ ਬੱਚੇ ਨੂੰ ਹਰ ਚੀਜ਼ ਦਾ ਪਤਾ ਹੁੰਦਾ। ਤੁਹਾਡੇ ਨਾਲੋਂ ਪਹਿਲਾਂ ਉਹ ਉੱਚੀ ਆਵਾਜ਼ ਦੀ ਘਬਰਾਹਟ ਨੂੰ ਮਹਿਸੂਸ ਕਰਦਾ ਹੈ ਨਾ। ਜਦੋਂ ਤੁਸੀਂ ਬਹਿਸ ਰਹੇ ਹੁੰਦੇ ਹੋ, ਨਿਆਣਾ ਤੁਹਾਨੂੰ ਕਹਿੰਦਾ ਹੁੰਦਾ ਚਲੋ ਛੱਡੋ, ਉਹ ਸਿਰਫ ਇਸ ਲਈ ਨਹੀਂ ਕਹਿ ਰਿਹਾ ਹੁੰਦਾ ਵੀ ਉਹਨੂੰ ਲੱਗਦਾ ਕਿ ਇਹ ਲੜਾਈ ਖਤਮ ਹੋ ਜਾਵੇ। ਉਹਦਾ ਮਤਲਬ ਇਹ ਵੀ ਹੁੰਦਾ ਵੀ ਉਹਦੇ 'ਤੇ ਜਿਹੜਾ ਉਹ ਅਸਰ ਪੈ ਰਿਹਾ ਉਹਨੂੰ ਨਹੀਂ ਦੇਖ ਪਾ ਰਿਹਾ, ਬਰਦਾਸ਼ਤ ਨਹੀਂ ਕਰ ਰਿਹਾ, ਉਹਦੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਹੈ ਨਾ। ਜਦੋਂ ਤੁਹਾਡੇ ਛੋਟੇ ਛੋਟੇ ਨਿਆਣੇ ਤੁਹਾਨੂੰ ਜ਼ਿੰਦਗੀ ਦੇ ਟਿਪਸ ਦੇਣੇ ਸ਼ੁਰੂ ਕਰਦੇ ਆ ਵੀ ਤੁਸੀਂ ਇਸ ਚੀਜ਼ 'ਤੇ ਇੱਦਾਂ ਕਰ ਲਿਆ ਕਰੋ, ਜਾਂ ਤੁਹਾਡੀ ਮੰਨ ਲਓ ਵੀ ਬੱਚੇ ਨੇ ਛੋਟੇ, ਉਹ ਮਾਂ ਨੂੰ ਨਸੀਹਤ ਦੇਣੀ ਸ਼ੁਰੂ ਕਰ ਦੇਣਗੇ ਵੀ ਜਦੋਂ ਪਾਪਾ ਤੁਹਾਨੂੰ ਇੱਦਾਂ ਕਹਿੰਦਾ ਤਾਂ ਤੁਸੀਂ ਇੱਦਾਂ ਕਰ ਲਿਆ ਕਰੋ ਹੈ ਨਾ, ਜਾਂ ਪਿਓ ਨੂੰ ਕਹਿਣਾ ਸ਼ੁਰੂ ਕਰ ਦੇਣਗੇ, ਤਾਂ ਇਹਦਾ ਮਤਲਬ ਉਹਨਾਂ 'ਤੇ ਉਸ ਚੀਜ਼ ਦਾ ਅਸਰ ਹੋ ਰਿਹਾ ਅਤੇ ਉਹ ਮਹਿਸੂਸ ਕਰ ਰਹੇ ਨੇ ਉਸ ਚੀਜ਼ ਨੂੰ। ਕੱਲ੍ਹ ਮੈਂ ਇੱਕ ਚੀਜ਼ ਪੜ੍ਹ ਰਹੀ ਸੀ ਇੰਸਟਾ 'ਤੇ, ਉੱਥੇ ਲਿਖਿਆ ਸੀ ਕਿ ਮਾਂ ਨਾ ਜਿਹੜੀ ਉਹ ਮਰਨ ਤੋਂ ਨਹੀਂ ਡਰਦੀ ਹੁੰਦੀ, ਉਹਨੂੰ ਇਹ ਦੁੱਖ ਮਤਲਬ ਇਹ ਡਰ ਹੁੰਦਾ ਕਿ ਜੇ ਉਹ ਜ਼ਿੰਦਗੀ ਤੋਂ ਛੇਤੀ ਚਲੀ ਗਈ ਤਾਂ ਉਹਦੇ ਨਿਆਣਿਆਂ ਨੂੰ ਉਹਦੇ ਜਿੰਨਾ ਮੋਹ ਨਹੀਂ ਕੋਈ ਹੋਰ ਕਰੂਗਾ ਹੈ ਨਾ। ਤਾਂ ਮੈਨੂੰ ਲੱਗਦਾ ਕਿ ਜਦੋਂ ਤੱਕ ਤੁਸੀਂ ਸਿਰਫ ਆਪਸ ਵਿੱਚ ਵਿਆਹੇ ਹੁੰਦੇ ਹੋ ਨਾ, ਉਦੋਂ ਤੁਹਾਡੀਆਂ ਲੜਾਈਆਂ ਵੱਡੀਆਂ ਵੀ ਹੋ ਸਕਦੀਆਂ ਨੇ, ਛੋਟੀਆਂ ਵੀ ਹੋ ਸਕਦੀਆਂ ਨੇ, ਪਰ ਜਦੋਂ ਤੁਹਾਡੇ ਨਿਆਣੇ ਹੋ ਜਾਂਦੇ ਆ ਨਾ ਫਿਰ ਤੁਸੀਂ ਇਹ ਸਮਝ ਲਓ ਕਿ ਹੁਣ ਇਹ ਜ਼ਿੰਦਗੀ ਆ ਜਿਹੜੀ ਇਹ ਮੇਰੀ ਨਹੀਂ ਰਹੀ ਸਿਰਫ, ਨਾ ਇਹ ਰਿਸ਼ਤਾ ਹੈ ਜਿਹੜਾ ਮੇਰੇ ਅਤੇ ਮੇਰੇ ਘਰ ਵਾਲੇ ਦੇ ਵਿਚਕਾਰ ਰਿਹਾ ਹੈ ਨਾ, ਜਾਂ ਮੇਰੀ ਪਤਨੀ ਦੇ ਵਿਚਕਾਰ ਰਿਹਾ। ਫਿਰ ਤੁਹਾਨੂੰ ਬਹੁਤ ਨੇੜੇ ਤੋਂ ਇਹ ਚੀਜ਼ ਜਾਣ ਲੈਣੀ ਚਾਹੀਦੀ ਹੈ ਵੀ ਹੁਣ ਇਹ ਰਿਸ਼ਤਾ ਹੈ ਨਾ ਜਿਹੜਾ ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਜੁੜ ਗਈ ਆ, ਉਹ ਸਾਡੇ ਬੱਚੇ ਨੇ।
ਤੇ ਆਪਾਂ ਜਦੋਂ ਪਿਛਲੇ ਸਮੇਂ 'ਚ ਜਗਜੀਤ ਮਾਨ ਹੋਣਾ ਨੂੰ ਇੰਟਰਵਿਊ ਕੀਤਾ ਸੀ ਤਾਂ ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਸੀ। ਉਹ ਕਹਿੰਦੇ ਸੀਗੇ ਕਿ ਮਾਂ ਪਿਓ ਕਿਵੇਂ ਦੇ ਨੇ, ਹੈ ਨਾ, ਮਾਂ ਕਿਵੇਂ ਦੀ ਵੀ ਮਰਜ਼ੀ ਆ, ਪਿਓ ਚਾਹੇ ਨਸ਼ੇੜੀ ਆ ਚਾਹੇ ਸ਼ਰਾਬੀ ਆ ਕਿਵੇਂ ਦਾ ਵੀ ਆ, ਪਰ ਨਿਆਣਿਆਂ ਲਈ ਉਹ ਸਿਰਫ ਮਾਂ ਪਿਓ ਨੇ। ਹਾਂ, ਜਦੋਂ ਤੁਸੀਂ ਇੱਕ ਦੂਜੇ ਤੋਂ ਵੱਖਰੇ ਹੋਣ ਦਾ ਫੈਸਲਾ ਕਰਦੇ ਹੋ ਤਾਂ ਉਹ ਕਹਿੰਦੇ ਕਿ ਜੇ ਪਿਓ ਬੱਚਿਆਂ ਨੂੰ ਮਾਂ ਦੀ ਕਮੀ ਦੱਸੂਗਾ ਕਿ ਮੈਂ ਇਸ ਲਈ ਇਹਦੇ ਤੋਂ ਵੱਖ ਹੋ ਰਿਹਾ, ਤਾਂ ਉਹ ਬੱਚੇ ਕਦੀ ਉਸ ਚੀਜ਼ 'ਤੇ ਸਹਿਮਤ ਨਹੀਂ ਹੋਣਗੇ, ਕਿਉਂਕਿ ਉਹਨਾਂ ਨੂੰ ਸਿਰਫ ਮਾਂ ਚਾਹੀਦੀ ਆ। ਉਹਨਾਂ ਲਈ ਮਾਂ ਦੀਆਂ ਬੁਰਾਈਆਂ ਜਾਂ ਚੰਗਿਆਈਆਂ ਨਹੀਂ ਮੁੱਦਾ ਹੈਗੀਆਂ ਨਾ। ਸੇਮ ਜਦੋਂ ਮਾਂ ਸੋਚਦੀ ਹੈ ਕਿ ਮੈਂ ਹੁਣ ਇਸ ਰਿਸ਼ਤੇ ਨੂੰ ਨਿਭਾ ਨਹੀਂ ਸਕਦੀ, ਮੈਂ ਆਪਣੇ ਘਰ ਵਾਲੇ ਤੋਂ ਵੱਖ ਹੋ ਜਾ, ਤਾਂ ਮੈਨੂੰ ਲੱਗਦਾ ਉਹਨੂੰ ਉੱਥੇ ਇਹ ਸੋਚਣਾ ਚਾਹੀਦਾ ਕਿ ਮੈਨੂੰ ਇੱਕ ਹਸਬੈਂਡ ਦੇ ਤੌਰ 'ਤੇ ਸ਼ਾਇਦ ਇਹ ਨਹੀਂ ਚਾਹੀਦਾ, ਪਰ ਮੇਰੇ ਨਿਆਣਿਆਂ ਨੂੰ ਇੱਕ ਪਿਓ ਦੇ ਤੌਰ 'ਤੇ ਸ਼ਾਇਦ ਇਸ ਤੋਂ ਬਿਹਤਰ ਇਨਸਾਨ ਆ ਜਿਹੜਾ ਉਹ ਨਹੀਂ ਮਿਲ ਸਕਦਾ। ਬਿਲਕੁਲ ਸਹੀ ਗੱਲ ਆ। ਹਾਂ, ਤੇ ਆਪਾਂ ਜਿਵੇਂ ਡਾਕਟਰ ਅਮਰਵੀਰ ਕਹਿੰਦੇ ਹੁੰਦੇ ਕਿ ਬੰਦਾ ਬੰਦੇ ਨਾਲ ਨਹੀਂ ਲੜਦਾ, ਬੰਦੇ ਦੀ ਹਉਮੈ ਬੰਦੇ ਨਾਲ ਦੂਜੇ ਬੰਦੇ ਨਾਲ ਲੜ ਰਹੀ ਗੱਲ ਹੀ ਸਾਰੀ ਈਗੋ ਦੀ ਆ। ਹੁਣ ਉੱਥੇ ਵੀ ਤਾਂ ਜੇ ਆਪਾਂ ਦੇਖੀਏ ਵੀ ਉਹ ਛੋਟਾ ਜਿਹਾ ਕੇਸ ਸੀਗਾ, ਇੱਕ ਈਗੋ ਹੋਣੀ ਆ ਉਹਨਾਂ ਦੀ, ਵੀ ਉਹਨਾਂ ਨੂੰ ਹੋਣਾ ਵੀ ਤੂੰ ਵੀ ਘਰ ਦੀ ਜ਼ਿੰਮੇਵਾਰੀ ਚੱਕ, ਉਹਨੂੰ ਹੋਣਾ ਕਿ ਮੈਂ ਨਹੀਂ ਚੱਕਣੀ ਹੈਗੀ। ਇੱਕ ਮੈਨੂੰ ਇਹ ਵੀ ਭੈਣੇ ਲੱਗਦਾ ਹੁੰਦਾ ਵੀ ਜਦੋਂ ਤੁਸੀਂ ਇਕੱਲੇ ਹੁੰਦੇ ਹੋ, ਜਦੋਂ ਤੁਹਾਡਾ ਵਿਆਹ ਨਹੀਂ ਹੋਇਆ ਹੁੰਦਾ ਨਾ, ਉਦੋਂ ਤੁਸੀਂ ਆਪਦੀ ਪਸੰਦ ਦੀ ਜ਼ਿੰਦਗੀ ਜਿਉ ਸਕਦੇ ਹੁੰਦੇ ਹੋ, ਹੈ ਨਾ। ਤੁਹਾਨੂੰ ਪਤਾ ਵੀ ਜਦੋਂ ਤੁਹਾਡਾ ਵਿਆਹ ਹੋ ਗਿਆ ਕੁਝ ਚੀਜ਼ਾਂ ਤੁਹਾਨੂੰ ਤੁਹਾਡੀਆਂ ਬਦਲਣੀਆਂ ਪੈਣਗੀਆਂ। ਉਹ ਕੁੜੀ ਦੇ ਲਈ ਵੀ ਹੁੰਦਾ ਆ ਤੇ ਉਹ ਮੁੰਡੇ ਦੇ ਲਈ ਵੀ ਹੁੰਦਾ ਹੈ ਨਾ। ਹੁਣ ਕੁੜੀਆਂ ਦੇ ਲਈ ਤਾਂ ਚਲੋ ਆਪਾਂ ਨੂੰ ਸ਼ੁਰੂ ਤੋਂ ਹੀ ਆਇਆ ਹੁੰਦਾ ਵੀ ਭਾਈ ਇੰਨੇ ਵਜੇ ਤੋਂ ਪਹਿਲਾਂ ਘਰੇ ਆਉਣਾ ਜ਼ਰੂਰੀ ਆ ਨਾ। ਆਪਣਾ ਮਤਲਬ ਆਪਣੀ ਅਪਬ੍ਰਿੰਗਿੰਗ ਹੀ ਇੱਦਾਂ ਦੀ ਆ ਵੀ ਮੁੰਡਿਆਂ ਦੇ ਲਈ ਆਪਾਂ ਨੂੰ ਇਹ ਚੀਜ਼ ਨਹੀਂ ਜ਼ਰੂਰੀ ਲੱਗਦੀ। ਇੱਕ ਉਮਰ ਤੋਂ ਬਾਅਦ ਜਾ ਕੇ ਘਰਦਿਆਂ ਨੂੰ ਨਹੀਂ ਫਿਕਰ ਹੁੰਦਾ ਹੈ ਨਾ ਵੀ ਜੇ ਉਹ 10 ਵਜੇ ਵੀ ਘਰੇ ਆ ਰਿਹਾ ਵੀ ਚਲ ਕੋਈ ਗੱਲ ਨਹੀਂ, ਮੁੰਡਾ ਆ ਜਾਂ ਮੁੰਡਿਆਂ ਦੇ ਨਾਲ ਹੋਣਾ ਜਾਂ ਉਹਨੇ ਆ ਜਾਣਾ ਵਾ, ਹੈ ਨਾ। ਵੀ ਆਪਣੀ ਇੱਕ ਸੋਚ ਹੀ ਇੱਦਾਂ ਦੀ ਬਣੀ ਹੋਈ ਹੈ ਨਾ। ਸੋ ਉਹ ਚੀਜ਼ ਆ ਜਿਵੇਂ ਜਦੋਂ ਆਪਾਂ ਕਹਿੰਦੇ ਕਿ ਵਿਆਹ ਤੋਂ ਬਾਅਦ ਸਾਡੇ ਨੇ ਇੱਕ ਦੋਸਤ ਦਾ ਵਿਆਹ ਹੋਇਆ ਸੀਗਾ, ਅਸੀਂ 4 ਮਹੀਨਿਆਂ ਬਾਅਦ ਉਹਨਾਂ ਨੂੰ ਮਿਲੇ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿਵੇਂ ਲੱਗਦਾ। ਉਹਨਾਂ ਨੇ ਕਾਫੀ ਵੱਡੀ ਉਮਰ 'ਚ ਜਾ ਕੇ ਵਿਆਹ ਕਰਾਇਆ। ਉਹ ਕਹਿੰਦੇ ਬਾਕੀ ਤਾਂ ਸਾਰਾ ਠੀਕ ਆ ਵੀ ਪਰ ਮੈਨੂੰ ਉੱਦਾਂ ਔਖਾ ਲੱਗਦਾ ਵੀ ਜਿਵੇਂ ਹੁਣ ਮੈਨੂੰ ਥੋੜ੍ਹਾ ਟਾਈਮ ਨਾਲ ਘਰੇ ਜਾਣਾ ਪੈਂਦਾ। ਮੈਂ ਪਹਿਲਾਂ ਜਦੋਂ ਜਿੰਨਾ ਟਾਈਮ ਮਰਜ਼ੀ ਦਿਲ ਕਰਦਾ ਹੁੰਦਾ ਸੀ ਬਾਹਰ ਰਹਿੰਦਾ ਸੀ, ਜਾਂ ਕਿਸੇ ਵੀ ਟਾਈਮ ਉੱਠ ਕੇ ਘਰੋਂ ਬਾਹਰ ਅਸੀਂ ਚਲੇ ਜਾਂਦੇ ਹੁੰਦੇ ਸੀ। ਕਹਿੰਦੇ ਉਹਨਾਂ ਚੀਜ਼ਾਂ ਲਈ ਮੈਂ ਥੋੜ੍ਹਾ ਜਿਹਾ ਐਡਜਸਟ ਕਰ ਰਿਹਾ ਵਾਂ ਵੀ ਉੱਦਾਂ ਠੀਕ ਆ ਸਾਰਾ ਕੁਛ ਨਾ। ਪਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਖੁਸ਼ੀ ਹੋਈ ਸੁਣ ਕੇ ਵੀ ਘੱਟੋ ਘੱਟ ਤੁਸੀਂ ਕੋਸ਼ਿਸ਼ ਤਾਂ ਕਰ ਰਹੇ ਹੋ। ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਪਛਾਣਿਆ ਤਾਂ ਸਹੀ ਵੀ ਹੁਣ ਮੈਨੂੰ ਇਹ ਮੇਰੀਆਂ ਚੀਜ਼ਾਂ ਬਦਲਣੀਆਂ ਪੈਣਗੀਆਂ, ਹੈ ਨਾ। ਤਾਂ ਬਹੁਤ ਸਾਰੀਆਂ ਚੀਜ਼ਾਂ ਇਹ ਵੀ ਨੇਗੀਆਂ ਵੀ ਜਿਹੜੀਆਂ ਆਪਾਂ ਦੂਜੇ ਬੰਦੇ 'ਚ ਚਾਹ ਕੇ ਵੀ ਨਹੀਂ ਬਦਲ ਸਕਦੇ। ਉੱਥੇ ਕਈ ਵਾਰੀ ਔਰਤਾਂ ਜ਼ਿੱਦ ਹੋ ਜਾਂਦੀਆਂ ਨੇ ਵੀ ਨਹੀਂ ਮੈਂ ਹੁਣ ਇਹਦੀ ਹੁਣ ਇਹਨੂੰ ਮੈਂ ਝੁਕਾ ਕੇ ਹੀ ਹਟੂ, ਹੁਣ ਮੈਂ ਇਹਦੀ ਆਹ ਚੀਜ਼ ਮਨਾ ਕੇ ਇਹਨੂੰ ਹਟੂੰਗੀ, ਜਾਂ ਮੈਂ ਹੁਣ ਇਹਦੀ ਆਕੜ ਭੰਨ ਕੇ ਹੀ ਹਟੂੰਗੀ, ਹੈ ਨਾ। ਉੱਥੇ ਜਿਹੜੀ ਚੀਜ਼ ਬਦਲ ਹੀ ਨਹੀਂ ਸਕਦੀ ਹੈਗੀ ਤਾਂ ਉੱਥੇ ਤੁਸੀਂ ਨਾਲੇ ਤਾਂ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਤੰਗ ਕਰ ਰਹੇ ਹੋ, ਨਾਲੇ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਤੰਗ ਕਰ ਰਹੇ ਹੋ ਨਾ। ਸੋ ਮੈਨੂੰ ਲੱਗਦਾ ਕਿ ਜਦੋਂ ਵਿਆਹ ਹੀ ਹੁੰਦਾ ਸਭ ਤੋਂ ਪਹਿਲਾਂ ਤਾਂ ਉਦੋਂ ਦੋਨਾਂ ਨੂੰ ਸਮਝ ਜਾਣਾ ਚਾਹੀਦਾ ਕਿ ਹੁਣ ਅਸੀਂ ਇੱਕ ਰਿਸ਼ਤੇ 'ਚ ਆ ਗਏ। ਪਹਿਲਾਂ ਅਸੀਂ ਦੋਨੋਂ ਜਾਣੇ ਆਜ਼ਾਦ ਸੀਗੇ, ਕਿਸੇ ਰਿਸ਼ਤੇ 'ਚ ਨਹੀਂ ਸੀਗੇ। ਸੋ ਉਸ ਰਿਸ਼ਤੇ ਦੇ ਵਿੱਚ ਤੁਹਾਡਾ ਪਰਿਵਾਰ ਵੀ ਹੁੰਦਾ। ਕੁਛ ਚੀਜ਼ਾਂ ਤੁਹਾਨੂੰ ਤੁਹਾਡੇ ਪਰਿਵਾਰ ਮੁਤਾਬਿਕ ਵੀ ਢਾਲਣੀਆਂ ਪੈਂਦੀਆਂ ਨੇ, ਕੁਛ ਚੀਜ਼ਾਂ ਤੁਸੀਂ ਦੋਵੇਂ ਇੱਕ ਦੂਜੇ ਦੇ ਮੁਤਾਬਿਕ ਵੀ ਢਾਲਦੇ ਹੋ, ਹੈ ਨਾ। ਪਰ ਹੁਣ ਜੇ ਉੱਥੇ ਮੈਂ ਇਹ ਕਹਿ ਦੂੰਗੀ ਵੀ ਮੁੰਡਾ ਕਹਿ ਦੂਗਾ ਵੀ ਮੈਂ ਤਾਂ ਪਹਿਲਾਂ ਵੀ ਇੰਨੇ ਵਜੇ ਘਰੇ ਆਉਂਦਾ ਸੀ ਤੇ ਹੁਣ ਵੀ ਮੈਂ ਇੰਨੇ ਵਜੇ ਘਰੇ ਆਊਂਗਾ, ਜੇ ਕੁੜੀ ਕਹਿ ਦੇਵੇ ਵੀ ਪਹਿਲਾਂ ਵੀ ਮੈਂ ਕਿਸੇ ਦਾ ਨਹੀਂ ਸੀ ਕਰਦੀ ਤੇ ਹੁਣ ਵੀ ਮੈਂ ਕਿਸੇ ਦਾ ਨਹੀਂ ਕਰਨਾ, ਤਾਂ ਉੱਥੇ ਓਬਵੀਅਸਲੀ ਕਲੈਸ਼ ਰਹੂਗਾ ਹੀ ਰਹੂਗਾ। ਸੋ ਇਹ ਇੱਕ ਜਾਣੇ ਦੇ ਕਰਨ ਦੀ ਗੱਲ ਨਹੀਂ ਹੁੰਦੀ, ਇਹ ਦੋਨਾਂ ਦੀ ਹੋਈ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਹੈ ਵੀ ਤੁਸੀਂ ਇੱਕ ਰਿਸ਼ਤੇ ਨੂੰ ਬੈਲੈਂਸ ਬਣਾ ਕੇ ਕਿਵੇਂ ਲੈ ਕੇ ਜਾਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਜ਼ਰੂਰ ਮੰਨੋ ਵੀ ਹਾਂ ਵਿਆਹ ਤੋਂ ਬਾਅਦ ਫਰਕ ਪੈਂਦਾ, ਹੈ ਨਾ। ਉਹ ਪੈਣਾ ਲਾਜ਼ਮੀ ਵੀ ਹੁੰਦਾ ਤੇ ਉਹ ਜੇ ਪੈ ਜਾਵੇ ਤੇ ਸਹੀ ਵੀ ਹੁੰਦਾ ਆ ਇੱਕ ਰਿਸ਼ਤੇ ਨੂੰ ਜਿਉਂਦਾ ਰੱਖਣ ਦੇ ਲਈ, ਹੈ ਨਾ। ਤੇ ਦੂਸਰੀ ਗੱਲ ਕੁਛ ਚੀਜ਼ਾਂ ਇੱਦਾਂ ਦੀਆਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਸਾਡੇ ਖੂਨ 'ਚ ਨਹੀਂ, ਜਿਵੇਂ ਹੁਣ ਉਹ ਕਹਾਵਤਾਂ ਉਹੀ ਥੋੜ੍ਹੀ ਬਣੀਆਂ ਹੋਈਆਂ ਨੇ ਵੀ ਵਾਰਿਸ਼ਾਂ ਨਾਤਾਂ ਜਾਂਦੀਆਂ ਨੇ, ਹੈ ਨਾ। ਕੁਛ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਉਸ ਆਦਤਾਂ ਦੇ ਨਾਲ ਕਿਸੇ ਨੂੰ ਨੁਕਸਾਨ ਕੋਈ ਨਹੀਂ ਹੈਗਾ ਪਰ ਉਹ ਸਾਡੀਆਂ ਜਾ ਨਹੀਂ ਰਹੀਆਂ ਹੈਗੀਆਂ, ਹੈ ਨਾ। ਕਈ ਵਾਰੀ ਆਪਾਂ ਛੋਟੀਆਂ ਚੀਜ਼ਾਂ ਬਦਲਣ ਦੇ ਲਈ ਵੀ ਨਾ, ਕਿਉਂਕਿ ਮੈਨੂੰ ਨਹੀਂ ਪਸੰਦ ਹੈਗੀਆਂ ਤਾਂ ਮੈਂ ਬਦਲਣ ਦੇ ਲਈ ਦਿਨ ਰਾਤ ਇੱਕ ਦੂਜੇ ਨੂੰ ਆਪਾਂ ਸੁਣਾਈ ਜਾਂਦੇ ਹਾਂ, ਗੱਲ ਨਹੀਂ ਕਰਦੇ, ਜਾਂ ਇੱਕ ਦੂਜੇ ਦੀਆਂ ਆਪਾਂ ਉਹ ਚੀਜ਼ਾਂ ਬਦਲਣ ਦੇ ਲਈ ਕਿਸ ਹੱਦ ਤੱਕ ਚਲੇ ਜਾਂਦੇ ਹਾਂ ਵੀ ਆਪਾਂ ਰਿਸ਼ਤੇ ਵੀ ਖ਼ਤਮ ਕਰ ਲੈਂਦੇ ਹਾਂ, ਹੈ ਨਾ। ਸੋ ਮੈਨੂੰ ਲੱਗਦਾ ਵੀ ਉਹ ਚੀਜ਼ਾਂ ਦੀ ਵੀ ਜ਼ਿੱਦ ਨਹੀਂ ਹੋਣੀ ਚਾਹੀਦੀ। ਸਿਰਫ ਓਨੀਆਂ ਚੀਜ਼ਾਂ ਬਦਲੋ ਜਿੰਨੀ ਜ਼ਿੰਮੇਵਾਰੀ ਤੁਹਾਨੂੰ ਲੱਗਦੀ ਹੈ ਵੀ ਇਹ ਯਾਰ ਇੱਥੇ ਹੁਣ ਜ਼ਿੰਮੇਵਾਰੀ ਬਣਦੀ ਹੈ। ਪਰ ਜਿਹੜੀਆਂ ਆਦਤਾਂ ਤੁਹਾਡੀ ਜ਼ਿੰਮੇਵਾਰੀ 'ਚ ਨਹੀਂ ਆਉਂਦੀਆਂ, ਮੈਨੂੰ ਲੱਗਦਾ ਉਹ ਤੁਸੀਂ ਕਿਸੇ ਦੀਆਂ ਵੀ ਨਾ ਬਦਲੋ, ਉਹਨਾਂ ਨੂੰ ਤੁਸੀਂ ਉਸੇ ਤਰੀਕੇ ਨਾਲ ਰਹਿਣ ਦਿਓ, ਹੈ ਨਾ। ਫਿਰ ਦੂਸਰੀ ਗੱਲ ਆ ਜਾਂਦੀ ਹੈ ਵੀ ਸੱਚੀ ਨਿਆਣਾ ਵੀ ਉਦੋਂ ਪੈਦਾ ਕਰੋ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਚੀਜ਼ ਦੇ ਕਾਬਿਲ ਹੋ, ਹੈ ਨਾ। ਆਪਾਂ ਕਹਿੰਦੇ ਹਾਂ ਵੀ ਇੱਕ ਤਾਂ ਵਿਆਹ ਸਾਨੂੰ ਬਹੁਤ ਜ਼ਰੂਰੀ ਲੱਗਦਾ, ਵਿਆਹ ਤੋਂ ਬਾਅਦ ਸਾਨੂੰ ਇਹ ਹੋ ਜਾਂਦਾ ਵੀ ਹੁਣ ਸਾਲ 1.5 ਸਾਲ ਦੇ ਵਿੱਚ ਇਹਨਾਂ ਦੇ ਬੱਚਾ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਕੀ ਕਦੇ ਕਿਸੇ ਨੇ
ਕਿਸੇ ਕਪਲ ਨੂੰ ਇਹ ਸਵਾਲ ਕੀਤਾ ਵੀ ਤੁਸੀਂ ਬੱਚਾ ਸੋਚ ਤਾਂ ਰਹੇ ਹੋ ਵੀ ਮਤਲਬ ਕੀ ਤੁਸੀਂ ਮਾਂ-ਬਾਪ ਬਣਨ ਦੇ ਕਾਬਿਲ ਹੈਗੇ ਹੋ? ਕਿਉਂਕਿ ਬੱਚੇ ਤੋਂ ਬਾਅਦ ਵੀ ਬਹੁਤ ਸਾਰੀਆਂ ਚੀਜ਼ਾਂ ਓਨੀਆਂ ਸਗੋਂ ਤੇ ਵਿਆਹ ਹੋਣ 'ਤੇ ਨਹੀਂ ਬਦਲਦੀਆਂ ਜਿੰਨਾ ਬੱਚਾ ਹੋਣ 'ਤੇ ਬਦਲ ਜਾਂਦੀਆਂ ਨੇ, ਹੈ ਨਾ। ਸੋ ਜਿਵੇਂ ਹੁਣ ਇਹ ਜ਼ਰੂਰੀ ਨਹੀਂ ਹੁੰਦਾ ਕਿ ਨਿਆਣੇ ਦਾ ਜਿਹੜਾ ਡਾਈਪਰ ਆ ਉਹ ਮਾਂ ਹੀ ਚੇਂਜ ਕਰੇ, ਉਹ ਪਿਓ ਵੀ ਕਰ ਸਕਦਾ ਵਾ, ਹੈ ਨਾ। ਇਹ ਜ਼ਰੂਰੀ ਨਹੀਂ ਹੈਗਾ ਕਿ ਜੇ ਪਿਓ ਫਾਈਨੈਂਸ਼ੀਅਲ ਚੀਜ਼ਾਂ ਦੇਖ ਰਿਹਾ ਵਾ ਤਾਂ ਮਾਂ ਚੁੱਪ ਕਰਕੇ ਘਰੇ ਬੈਠੇ। ਕਿਸੇ ਹਾਲਾਤਾਂ 'ਚ ਇਹ ਵੀ ਹੋ ਸਕਦਾ ਕਿ ਪਿਓ ਘਰ ਬੈਠਾ ਤੇ ਮਾਂ ਨੂੰ ਫਾਈਨੈਂਸ਼ੀਅਲ ਚੀਜ਼ਾਂ ਦੇਖਣ ਦੇ ਲਈ ਮੈਨੇਜ ਕਰਨੀਆਂ ਪੈਣ ਤਾਂ ਉਹਨੂੰ ਘਰ ਤੋਂ ਬਾਹਰ ਜਾ ਕੇ ਕੰਮ ਕਰਨਾ ਪਵੇ, ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਸਾਨੂੰ ਬੈਲੈਂਸ ਨਹੀਂ ਕਰਨਾ ਆਉਂਦਾ ਲਾਈਫ ਦੇ ਵਿੱਚ, ਉਦੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਖਰਾਬ ਕਰ ਲੈਂਦੇ ਹਾਂ। ਅਤੇ ਜਿਹਦੇ ਵਿੱਚ ਕਈ ਵਾਰੀ ਜਿਵੇਂ ਹੁਣ ਆਹ ਖਬਰ ਆਪਾਂ ਸੁਣੀ, ਇਹ ਸੁਣੀ ਵੀ ਨਹੀਂ ਸੀ ਜਾਂਦੀ, ਹੈ ਨਾ। ਪਰ ਜਿਨ੍ਹਾਂ 'ਤੇ ਬੀਤੀ ਹੋਊਗੀ, ਮੈਨੂੰ ਤਾਂ ਲੱਗਦਾ ਹੁੰਦਾ ਵੀ ਕੀ ਉਹ ਮੈਂਟਲੀ ਬਾਅਦ 'ਚੋਂ ਸਟੇਬਲ ਰਹੇ ਹੋਣਗੇ ਮਾਂ-ਬਾਪ ਵੀ। ਸਾਡੀ ਵਜ੍ਹਾ ਕਰਕੇ ਸਾਡੇ ਇੱਕ ਬੱਚੇ ਦੀ ਜਾਨ ਚਲੀ ਗਈ। ਸਾਡੀ ਸਿਰਫ ਇੱਕ ਈਗੋ ਸੀ ਜਿਸ 'ਚ 3 ਮਹੀਨਿਆਂ 'ਚ ਨਾ ਮਾਂ ਨੂੰ ਨਾ ਬਾਪ ਨੂੰ ਇਹ ਜ਼ਰੂਰੀ ਹੀ ਨਹੀਂ ਲੱਗਿਆ ਵੀ ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਕਰਨੀ। ਰੌਲਾ ਸਾਡੇ ਦੋਵਾਂ ਦਾ, ਨਿਆਣੇ ਦਾ ਤਾਂ ਕੋਈ ਕਸੂਰ ਨਹੀਂ, ਵੀ ਘੱਟੋ ਘੱਟ ਨਿਆਣੇ ਦਾ ਤਾਂ ਹਾਲ ਚਾਲ ਪੁੱਛ ਲਈਏ ਸੀ ਵੀ ਉਹ ਕਿਵੇਂ ਆ, ਹੈ ਨਾ। ਗੁਰਦੀਪ, ਤੁਸੀਂ ਦੇਖਿਆ ਵੀ ਜਦੋਂ ਆਪਾਂ ਮਤਲਬ ਪੜ੍ਹ ਰਹੇ ਸੀ ਨਾ, ਜਦੋਂ ਤੁਸੀਂ ਗ੍ਰੈਜੂਏਸ਼ਨ ਕਰ ਲਈ ਹੋਊਗੀ ਜਾਂ ਉਸ ਤੋਂ ਅਗਲੀ ਪੜ੍ਹਾਈ ਆਪਣੀ ਜਦੋਂ ਤੁਸੀਂ ਕੀਤੀ ਹੋਊਗੀ, ਤਾਂ ਤੁਹਾਡੇ 'ਚ ਕੋਈ ਨਹੀਂ ਦੇਖਦਾ ਇਹ ਚੀਜ਼ ਨੂੰ, ਨਾ ਉਹ ਮੁੰਡੇ 'ਚ ਦੇਖੀ ਜਾਂਦੀ ਹੈ ਨਾ ਕੁੜੀ 'ਚ ਵੀ। ਅਸੀਂ ਮਤਲਬ ਜਦੋਂ 20 ਸਾਲ ਦੇ ਹੋ ਜਾਂਦੇ, ਸਾਡੇ ਵਿਆਹ ਬਾਰੇ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਹੈ ਨਾ। ਰਿਸ਼ਤੇਦਾਰਾਂ ਨੂੰ ਸਾਡੇ ਘਰ ਦੇ ਕਹਿਣਾ ਸ਼ੁਰੂ ਕਰ ਦਿੰਦੇ ਨੇ ਵੀ ਜੇ ਕੋਈ ਚੰਗਾ ਰਿਸ਼ਤਾ ਹੋਇਆ ਤਾਂ ਤੁਸੀਂ ਸਾਨੂੰ ਦੱਸਿਓ। ਅਸਲ 'ਚ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਪਰਿਵਾਰ ਨੇ ਨਾ, ਉਹ ਸਿਰਫ ਸਾਡੀ ਉਮਰ ਦੇਖ ਕੇ ਵਿਆਹ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੰਦੇ ਨੇ, ਹੈ ਨਾ। ਉਮਰ ਤੋਂ ਇਲਾਵਾ ਸਾਡੇ 'ਚ ਕੁਛ ਨਹੀਂ ਦੇਖਿਆ ਜਾਂਦਾ। ਉਹਨਾਂ ਨੂੰ ਲੱਗਦਾ ਕਿ 20 ਸਾਲ ਦੀ ਕੁੜੀ ਹੋ ਗਈ ਤਾਂ ਇਹ ਸਿਆਣੀ ਹੋ ਗਈ, ਇਹ ਜਾ ਕੇ ਕਿਸੇ ਦਾ ਘਰ ਸੰਭਾਲਣ ਦੇ ਲਾਇਕ ਹੋ ਗਈ, ਹੈ ਨਾ। ਜੇ 25 ਸਾਲ ਦਾ ਮੁੰਡਾ ਹੋ ਗਿਆ ਤਾਂ ਹੁਣ ਇਹਦਾ ਵਿਆਹ ਹੋ ਜਾਣਾ ਚਾਹੀਦਾ। ਜੇ ਉਹਨੂੰ ਨੌਕਰੀ ਮਿਲ ਗਈ ਤਾਂ ਫਿਰ ਤਾਂ ਹੋਰ ਵੀ ਛੇਤੀ ਹੋ ਜਾਣਾ ਚਾਹੀਦਾ। 20 ਸਾਲ ਦੀ ਕੁੜੀ ਲਈ ਅਸੀਂ ਰਿਸ਼ਤਾ ਲੱਭੀ ਜਾਂਦੇ ਹਾਂ, ਬਾਅਦ 'ਚੋਂ ਸਾਡੀ ਲੜਾਈ ਇਸ ਗੱਲ 'ਤੇ ਹੁੰਦੀ ਵੀ ਸਾਡੀ ਕੁੜੀ ਤੋਂ ਕੰਮ ਕਰਾਉਂਦੇ ਨੇ, ਕੁੜੀ ਤੋਂ ਕੰਮ ਕਰਾਉਣੇ, ਹੈ ਨਾ। ਮੈਨੂੰ ਲੱਗਦਾ ਕਿ ਵਿਆਹ ਹੈ ਨਾ ਜਿਹੜਾ, ਉਹ ਤੁਹਾਡੀ ਮਤਲਬ ਉਮਰ ਜ਼ਰੂਰੀ ਆ। ਜਿਵੇਂ ਆਪਾਂ ਕਹਿੰਦੇ ਵੀ 21 ਸਾਲ ਦੇ ਬੱਚੇ ਦਾ ਵਿਆਹ ਹੁੰਦਾ, ਹੈ ਨਾ। ਪਰ ਮੈਨੂੰ ਲੱਗਦਾ ਕਿ ਉਹਦੇ 'ਚ ਉਮਰ ਨਾਲੋਂ ਜ਼ਿਆਦਾ ਤੁਹਾਡੀ ਕਾਬਲੀਅਤ ਜ਼ਰੂਰੀ ਹੈ ਨਾ, ਕਿ ਤੁਸੀਂ ਇੱਕ ਬਹੁਤ ਨਵਾਂ ਰਿਸ਼ਤਾ, ਖਾਸ ਕਰਕੇ ਕੁੜੀਆਂ ਲਈ, ਹੈ ਨਾ। ਕੁੜੀਆਂ ਨੇ ਬਿਲਕੁਲ ਆਪਣਾ ਪਰਿਵਾਰ ਛੱਡ ਕੇ ਇੱਕ ਦੂਜੇ ਪਰਿਵਾਰ 'ਚ ਜਾਣਾ ਹੁੰਦਾ, ਜਿੱਥੇ ਤੁਹਾਨੂੰ ਛੋਟੀ ਛੋਟੀ ਗੱਲ ਵੀ ਕਈ ਵਾਰੀ ਕਹੀ ਹੋਈ ਤੁਹਾਨੂੰ ਐਂ ਲੱਗਣ ਲੱਗ ਜਾਂਦੀ ਹੁੰਦੀ ਹੈ ਵੀ ਮੈਨੂੰ ਕਿਉਂ ਕਹੀ ਗਈ, ਹੈ ਨਾ। ਚਾਹੇ ਉਹ ਸਹਿਜ ਜਿਹੀ ਗੱਲ ਹੋਵੇ। ਬਿਲਕੁਲ ਉਸੇ ਤਰ੍ਹਾਂ ਦੀ ਈਗੋ ਮੁੰਡਿਆਂ 'ਚ ਹੁੰਦੀ ਆ। ਉਹਨਾਂ ਨੂੰ ਲੱਗਦਾ ਹੁੰਦਾ ਕਿ ਮਤਲਬ ਇਹ ਚੀਜ਼ ਮੇਰੇ ਮਾਂ ਪਿਓ ਮੈਨੂੰ ਕਹਿ ਸਕਦੇ ਨੇ, ਮੇਰੀ ਵਾਈਫ ਨਹੀਂ ਮੈਨੂੰ ਕਹਿ ਸਕਦੀ, ਹੈ ਨਾ। ਮੰਨ ਲਓ ਤੁਹਾਡਾ ਭਰਾ ਹੈ, ਤੁਸੀਂ ਕਦੀ ਉਹਨੂੰ ਖੁਦ ਕਹੋ ਵੀ ਤੂੰ 10 ਵਜੇ ਤੋਂ ਪਹਿਲਾਂ ਘਰ ਆ ਜਾਇਆ ਕਰ, ਜਾਂ ਤੁਹਾਡੇ ਮੰਮੀ ਕਹਿਣ, ਹੈ ਨਾ, ਉਹਨੂੰ ਉਹ ਚੀਜ਼ ਬੁਰੀ ਨਹੀਂ ਲੱਗੂ। ਬਿਲਕੁਲ ਸਹੀ ਹੈ। ਜਦੋਂ ਉਹਦੀ ਪਤਨੀ ਉਹਨੂੰ ਕਦੀ ਇੱਕ ਦਿਨ ਵੀ ਕਹਿ ਦੂ ਵੀ ਤੁਸੀਂ 10 ਵਜੇ ਤੋਂ ਪਹਿਲਾਂ, ਜਦੋਂ ਉਹਨੂੰ ਲੱਗੇਗਾ ਕਿ ਆ ਕੇ ਮੇਰੇ ਤੇ ਪਾਬੰਦੀ ਲਾ ਰਹੀ ਹੈ, ਕਿਉਂਕਿ ਸਾਡੀ ਸੋਚ ਹੀ ਇਦਾਂ ਦੀ ਆ ਕਿ ਜਿਹੜੀ ਪਤਨੀ ਆ ਉਹ ਮਤਲਬ ਤੁਹਾਨੂੰ ਹਦਾਇਤ ਨਹੀਂ ਦੇ ਸਕਦੀ, ਹੈ ਨਾ। ਕਿਉਂਕਿ ਨਾ ਦੂਸਰੀ ਗੱਲ ਇਹ ਵੀ ਆ, ਸਾਡੇ ਦਿਮਾਗ 'ਚ ਇਹ ਵੀ ਪਾਇਆ ਜਾਂਦਾ ਵੀ ਮਤਲਬ ਵੀ ਉਹ ਤੁਹਾਨੂੰ ਕੰਟਰੋਲ ਕਰੂਗੀ। ਬਿਲਕੁਲ। ਤੇ ਮੈਨੂੰ ਲੱਗਦਾ ਜਦੋਂ ਤੁਸੀਂ ਇਸ ਰਿਸ਼ਤੇ 'ਚ ਜੁੜਦੇ ਹੋ ਤਾਂ ਦੋਨੇ ਪਾਸੇ ਉਮੀਦਾਂ ਹੁੰਦੀਆਂ ਨੇ। ਜਿਵੇਂ ਮੁੰਡੇ ਨੂੰ ਉਮੀਦ ਹੁੰਦੀ ਆ ਵੀ ਕੁੜੀ ਆ ਕੇ ਮੇਰਾ ਘਰ ਪਰਿਵਾਰ ਸੰਭਾਲੇ, ਮੇਰੇ ਘਰਦਿਆਂ ਨੂੰ ਇੱਜ਼ਤ ਦੇਵੇ। ਕੁੜੀ ਨੂੰ ਵੀ ਬਿਲਕੁਲ ਉਸੇ ਤਰੀਕੇ ਦੀਆਂ ਉਮੀਦਾਂ ਹੁੰਦੀਆਂ ਨੇ ਵੀ ਜਿਸ ਪਰਿਵਾਰ 'ਚ ਮੈਂ ਗਈ ਹਾਂ ਉੱਥੇ ਮੇਰਾ ਘਰ ਵਾਲਾ ਜਿਹੜਾ ਉਹ ਮੇਰੇ ਫਿਕਰ ਵੀ ਕਰੇ, ਮੇਰੀਆਂ ਲੋੜਾਂ ਵੀ ਪੂਰੀਆਂ ਕਰੇ ਅਤੇ ਮੇਰੇ ਮੁਤਾਬਕ ਮਤਲਬ ਥੋੜ੍ਹਾ ਬਹੁਤਾ ਢਲੇ ਵੀ। ਉਹ ਮਤਲਬ ਦੋਨਾਂ ਧਿਰਾਂ ਨੂੰ ਉਹ ਉਮੀਦ ਹੁੰਦੀ ਹੈ ਨਾ। ਜਦੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਫਿਰ ਤੁਸੀਂ ਉਸੇ ਕਸ਼ਮਕਸ਼ 'ਚ, ਜਿਵੇਂ ਆਪਾਂ ਕਹਿੰਦੇ ਵੀ ਇੱਕ ਉਮਰ 'ਚ ਜਾ ਕੇ ਵਿਆਹ ਜ਼ਰੂਰੀ ਹੋ ਜਾਂਦਾ, ਫਿਰ 1 ਸਾਲ 'ਚ ਜਾ ਕੇ ਤੁਹਾਡਾ ਬੱਚੇ ਜ਼ਰੂਰੀ ਹੋ ਜਾਂਦੇ ਆ। ਅਤੇ ਜਿਹੜੇ ਬੰਦੇ ਵਿਆਹ ਕਰਾਉਣ ਦੀ ਕਾਬਲੀਅਤ ਨਹੀਂ ਰੱਖਦੇ, ਮੈਨੂੰ ਲੱਗਦਾ ਫਿਰ ਉਹ ਜਦੋਂ ਬੱਚੇ ਪੈਦਾ ਕਰ ਲੈਂਦੇ ਆ ਤਾਂ ਉਹਨਾਂ 'ਚ ਮਾਂ ਪਿਓ ਬਣਨ ਦੀ ਕਾਬਲੀਅਤ ਕਿੰਨੀ ਕੁ ਹੋਊਗੀ। ਬਿਲਕੁਲ, ਹਾਂ। ਮੈਂ ਖੁਦ ਦਾ ਤੁਹਾਨੂੰ ਤਜਰਬਾ ਦੱਸਦੀ ਹਾਂ। ਜਦੋਂ ਗੁਰਨੂਰ ਹੋਈ, ਮੇਰੀ ਉਮਰ 22 ਸਾਲ ਸੀਗੀ, ਅਤੇ ਮੈਂ ਨਹੀਂ ਕਹਿੰਦੀ ਵੀ ਮੈਂ ਬਹੁਤ ਸਿਆਣੀ ਸੀ, ਪਰ ਮੈਂ ਆਪਣੀਆਂ ਭਰਜਾਈਆਂ ਨੂੰ ਦੇਖਿਆ ਸੀ ਬੱਚੇ ਪਾਲਦੇ, ਆਪਣੇ ਚਾਚਾ ਚਾਚੀ ਨੂੰ ਦੇਖਿਆ ਸੀ, ਹੈ ਨਾ। ਤਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਨਹੀਂ, ਮੈਨੂੰ ਇੱਕ ਬੱਚਾ ਸੰਭਾਲਣਾ ਆਉਂਦਾ ਸੀਗਾ, ਮੈਂ ਉਹਦੀ ਦੇਖਭਾਲ ਕਰ ਸਕਦੀ ਹਾਂ। ਪਰ ਉਨੀ ਕੁ ਸਮਝਦਾਰ ਮੈਂ ਆਪਣੇ ਆਪ ਨੂੰ ਸਮਝਣ ਵਾਲੀ ਜਦੋਂ ਮਹਿਤਾਬ ਹੋਇਆ ਤਾਂ ਮੈਂ ਸੱਚੀ ਕਹਿੰਦੀ ਹਾਂ ਕਿ ਮੈਂ 2 ਸਾਲ ਡਿਪਰੈਸ਼ਨ 'ਚ ਰਹੀ ਉਸ ਚੀਜ਼ ਨੂੰ ਲੈ ਕੇ, ਕਿਉਂਕਿ ਮੈਨੂੰ 2 ਬੱਚਿਆਂ ਨੂੰ ਮੈਨੇਜ ਕਰਨਾ ਨਹੀਂ ਸੀ ਆਉਂਦਾ, ਹੈ ਨਾ। ਦੋਨੋਂ ਬੱਚੇ ਛੋਟੇ, ਮਤਲਬ ਭਾਵੇਂ ਕਿ ਗੁਰਨੂਰ 5 ਸਾਲ ਦੀ ਸੀ ਉਸ ਵਕਤ, ਪਰ ਮੈਨੂੰ ਲੱਗਦਾ ਹੁੰਦਾ ਸੀ ਵੀ ਦੂਜਾ ਬੱਚਾ ਕਿਉਂ ਜ਼ਰੂਰੀ ਆ। ਮਤਲਬ ਐਂ ਲੱਗਦਾ ਹੁੰਦਾ ਸੀਗਾ ਕਿ ਤੁਹਾਨੂੰ ਕਿਸੇ ਪਲ ਆਰਾਮ ਨਹੀਂ ਮਿਲ ਰਿਹਾ। ਔਰ ਉਹ ਫਰਸਟ੍ਰੇਸ਼ਨ ਇਹੋ ਜਿਹਾ ਹੁੰਦਾ, ਚਾਹੇ ਕੁੜੀਆਂ ਖੁੱਲ੍ਹ ਕੇ ਇਸ ਚੀਜ਼ 'ਤੇ ਗੱਲ ਕਰਨ ਜਾਂ ਨਾ ਕਰਨ,
ਕਈ ਵਾਰ ਤੁਸੀਂ ਸੋਚਦੇ ਹੋ ਵੀ ਜ਼ਿੰਦਗੀ 'ਚ ਕੁਝ ਨਹੀਂ ਹੈਗਾ, ਤੁਸੀਂ ਆਤਮ ਹੱਤਿਆ ਕਰਨ ਦਾ ਵਿਚਾਰ ਤੁਹਾਡੇ ਦਿਮਾਗ 'ਚ ਆਉਂਦਾ, ਤੁਹਾਨੂੰ ਵਾਲ ਵਾਹੁਣ ਦਾ, ਚੰਗਾ ਖਾਣ ਦਾ ਨਹੀਂ ਮਿਲਦਾ ਹੈ ਨਾ ਸਮਾਂ। ਅਤੇ ਉੱਥੇ ਜਦੋਂ ਤੁਹਾਨੂੰ ਲੱਗਦਾ ਕਿ ਬਹੁਤ ਸਾਰੇ ਮੁੰਡੇ ਨੇ ਜਿਹੜੇ ਬਹੁਤ ਕੋਆਪਰੇਟ ਕਰਦੇ ਆ ਕਿ ਉਹ ਇੱਕ ਬੱਚੇ ਦੀ ਜ਼ਿੰਮੇਵਾਰੀ ਚੁੱਕ ਲੈਂਦੇ ਆ ਜਾਂ ਫਿਰ ਤੁਹਾਡੀ ਰਸੋਈ 'ਚ ਮਦਦ ਕਰਦੇ ਆ, ਪਰ ਜਿਨ੍ਹਾਂ ਕੁੜੀਆਂ ਨੂੰ ਇਹ ਮਦਦ ਨਹੀਂ ਮਿਲਦੀ ਤਾਂ ਤੁਸੀਂ ਮੰਨੋਗੇ ਕਿ ਉਹ ਫਿਰ ਪਤੀ ਪਤਨੀ ਦਾ ਕਿੱਡਾ ਕਲੇਸ਼ ਹੁੰਦਾ। ਬਿਲਕੁਲ, ਹਾਂ। ਤੇ ਉਹ ਕਲੇਸ਼ 'ਚ ਮੈਂ ਜਿਵੇਂ ਤੁਹਾਨੂੰ ਅਕਸਰ ਕਹਿੰਦੀ ਹੁੰਦੀ ਹਾਂ ਕਿ ਜਿਹੜਾ ਵੱਡਾ ਬੱਚਾ ਨਾ ਉਹ ਬਹੁਤ ਸਫਰ ਕਰਦਾ। ਇੱਕ ਤਾਂ ਮਤਲਬ ਇੱਕ ਛੋਟਾ ਬੱਚਾ ਘਰ 'ਚ ਆ ਗਿਆ, ਉਹ ਮਾਂ ਉਹਨੂੰ ਪੂਰੀ ਇੰਟੈਂਸ਼ਨ ਦੇ ਰਹੀ ਆ, ਅਤੇ ਦੂਜਾ ਤੁਹਾਡੇ ਮਾਂ ਪਿਓ ਕੰਮਾਂ ਦੇ ਮੁੱਦਿਆਂ 'ਤੇ ਲੜ ਰਹੇ ਨੇ, ਉਹ ਹਨੇਰੇ ਸਵੇਰੇ ਆਉਣ ਦੇ ਮੁੱਦੇ 'ਤੇ ਲੜ ਰਹੇ ਨੇ, ਤਾਂ ਫਿਰ ਤੁਸੀਂ ਆਪਦੇ ਬੱਚਿਆਂ ਨੂੰ ਸੱਚੀ ਭੁੱਲ ਜਾਂਦੇ ਹੋ। ਸਿਰਫ ਤੁਹਾਨੂੰ ਇਹ ਯਾਦ ਰਹਿੰਦਾ ਹੁੰਦਾ ਕਿ ਇਹ ਮੇਰੀ ਮਦਦ ਨਹੀਂ ਕਰ ਰਿਹਾ, ਜਾਂ ਮੈਂ ਉਸ ਢਾਂਚੇ 'ਚ ਨਹੀਂ ਰਹੀ ਸਰੀਰਕ ਪੱਖੋਂ ਵੀ, ਜਾਂ ਮੇਰੇ 'ਚ ਉਨੀ ਹਿੰਮਤ ਨਹੀਂ ਰਹੀ। ਫਿਰ ਤੁਸੀਂ ਬੱਚੇ ਨੂੰ ਬਿਨਾਂ ਵਜ੍ਹਾ ਚਪੇੜਾ ਮਾਰਦੇ ਹੋ, ਬਿਨਾਂ ਵਜ੍ਹਾ ਤੋਂ ਝਿੜਕਦੇ ਹੋ। ਤਾਂ ਉਹ ਸਾਡਾ ਜਿਹੜਾ ਆਪਸੀ ਜਿਹੜੀ ਲੜਾਈ ਆ ਨਾ, ਉਸ ਵਕਤ ਤੁਹਾਡੇ 4-5 ਸਾਲ ਦੇ ਬੱਚੇ 'ਤੇ ਕੀ ਅਸਰ ਪਾ ਰਹੀ ਹੁੰਦੀ ਹੈ, ਤੁਸੀਂ ਮਤਲਬ ਉਹਦਾ ਰਿਜ਼ਲਟ ਆ ਜਿਹੜਾ 10-12 ਸਾਲ ਬਾਅਦ ਤੁਹਾਨੂੰ ਪਤਾ ਲੱਗਦਾ। ਆਪਣੇ ਭੈਣੇ ਜ਼ਰੂਰੀ ਹੀ ਨਹੀਂ ਲੱਗਦਾ ਵੀ ਜੇ ਵੀ ਲੜਨਾ ਤਾਂ ਅਸੀਂ ਪਰੇ ਹੋ ਕੇ ਲੜ ਲਈਏ, ਜਾਂ ਅਸੀਂ ਉਸ ਟਾਈਮ ਲੜ ਲਈਏ ਜਦੋਂ ਸਾਡੇ ਬੱਚੇ ਸਾਡੇ ਸਾਹਮਣੇ ਨਹੀਂ ਹੈਗੇ, ਹੈ ਨਾ। ਆਪਾਂ ਨੂੰ ਇਹ ਲੱਗਦਾ ਵੀ ਅਸੀਂ ਵੀ ਤਾਂ ਆਪਣੇ ਮਾਂ-ਬਾਪ ਨੂੰ ਲੜਦੇ ਦੇਖਿਆ, ਸਾਡੇ 'ਤੇ ਕਿੰਨਾ ਕੁ ਅਸਰ ਹੋਇਆ, ਪਰ ਕਿਉਂ ਨਹੀਂ ਹੋਇਆ? ਤੁਹਾਡੇ 'ਤੇ ਵੀ ਤਾਂ ਅਸਰ ਹੋਇਆ। ਤੁਸੀਂ ਵੀ ਤਾਂ ਇਹੀ ਸਿੱਖਿਆ ਵਾ ਵੀ ਰਿਸ਼ਤਾ ਤਾਂ ਐਂ ਹੁੰਦਾ। ਸਾਡੇ ਮਾਂ-ਬਾਪ ਵੀ ਲੜਦੇ ਸੀਗੇ ਅਤੇ ਅਸੀਂ ਵੀ ਲੜਦੇ ਹਾਂ, ਅਤੇ ਗਾਂਹ ਤੁਹਾਡੇ ਨਿਆਣਿਆਂ ਨੂੰ ਵੀ ਤੁਹਾਨੂੰ ਦੇਖ ਕੇ ਇਹੀ ਲੱਗਣਾ ਵਾ ਵੀ ਲੜਾਈ ਤਾਂ ਬਹੁਤ ਹੀ ਨੋਰਮਲ ਹੁੰਦੀ ਆ, ਹੈ ਨਾ। ਚਲੋ ਇਹ ਚੀਜ਼ ਹੁੰਦੀ ਵੀ ਆ, ਇੱਕ ਦੂਜੇ ਦੀ ਝੱਲਣੀ ਵੀ ਚਾਹੀਦੀ ਆ, ਹੈ ਨਾ, ਪਰ ਰਿਸ਼ਤੇ ਦੇ ਵਿੱਚ ਇੱਕ ਦੂਜੇ ਨੂੰ ਤੁਸੀਂ ਇੱਜ਼ਤ ਵੀ ਦੇਣੀ ਆ, ਇਹ ਚੀਜ਼ ਅਸੀਂ ਨਹੀਂ ਸਿੱਖਦੇ ਉਸ ਲੜਾਈ ਤੋਂ, ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਜ਼ਿਆਦਾ ਇਗਨੋਰੈਂਟ ਸਬਜੈਕਟ ਆ ਇਹ ਸਾਡੇ ਪਰਿਵਾਰਾਂ ਦੇ ਵਿੱਚ, ਵੀ ਜਿੱਥੇ ਆਪਾਂ ਨੂੰ ਇਹ ਲੱਗਦਾ ਵਾ ਵੀ ਸਾਡੀ ਘਰੇਲੂ ਲੜਾਈ ਦਾ ਸਾਡੇ ਨਿਆਣੇ 'ਤੇ ਕੋਈ ਅਸਰ ਨਹੀਂ ਹੋ ਰਿਹਾ ਹੈਗਾ, ਹੈ ਨਾ। ਅਤੇ ਦੂਜੀ ਗੱਲ ਮੈਨੂੰ ਇਹ ਵੀ ਲੱਗਦੀ ਹੁੰਦੀ ਹੈ ਵੀ ਜੇ ਸਾਡੇ ਦੋਵਾਂ ਦੀ ਆਪਸ 'ਚ ਨਹੀਂ ਬਣ ਰਹੀ ਹੈਗੀ, ਅਣਬਣ ਰਹਿੰਦੀ ਆ, ਹੈ ਨਾ, ਵੀ ਉਹਦਾ ਅਸਰ ਸਾਡੇ ਬੱਚੇ 'ਤੇ ਨਹੀਂ ਹੋਣਾ ਚਾਹੀਦਾ, ਹੈ ਨਾ, ਕਿਉਂਕਿ ਉਹ ਹਲੇ ਇਸ ਦੁਨੀਆ 'ਚ ਵੀ ਆਇਆ ਤਾਂ ਸਾਡੇ ਦੋਵਾਂ ਕਰਕੇ ਆਇਆ, ਸਾਡੇ ਦੋਵਾਂ ਦੀ ਮਰਜ਼ੀ ਨਾਲ ਆਇਆ, ਤਾਂ ਉਹ ਬੱਚਾ ਸਾਡੇ ਦੋਵਾਂ ਦੀ ਉਹ ਜ਼ਿੰਮੇਵਾਰੀ ਆ। ਇਨ ਕੇਸ ਉੱਥੇ ਦੂਜਾ ਬੰਦਾ ਨਹੀਂ ਵੀ ਸਮਝ ਰਿਹਾ, ਦੋਹਾਂ 'ਚੋਂ ਇੱਕ ਸਮਝ ਰਿਹਾ, ਇੱਕ ਨਹੀਂ ਵੀ ਸਮਝ ਰਿਹਾ, ਤਾਂ ਮੈਨੂੰ ਲੱਗਦਾ ਕਿ ਉੱਥੇ ਫਿਰ ਇੱਕ ਨੂੰ ਵੀ ਸਿਆਣੇ ਹੋ ਜਾਣਾ ਚਾਹੀਦਾ, ਹੈ ਨਾ, ਵੀ ਠੀਕ ਆ ਨਹੀਂ ਸਮਝ ਰਿਹਾ ਤਾਂ ਇਹ ਤਾਂ ਮੈਨੂੰ ਹੁਣ ਨਿਭਾਉਣੀ ਓ ਪੈਣੀ ਹੈ। ਫਿਰ ਚਾਹੇ ਤੁਸੀਂ ਔਖੇ ਹੋ ਕੇ ਕਰੋ, ਚਾਹੇ ਤੁਸੀਂ ਸੌਖੇ ਹੋ ਕੇ ਕਰੋ, ਪਰ ਤੁਸੀਂ ਬੱਚੇ ਨੂੰ ਨਹੀਂ ਛੱਡ ਸਕਦੇ ਹੈਗੇ, ਹੈ ਨਾ। ਉੱਥੇ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੋ ਰਹੀਆਂ ਨੇਗੀਆਂ ਤਾਂ ਉਹਦਾ ਨਿਆਣੇ 'ਤੇ ਮੈਂਟਲੀ ਅਸਰ ਕੀ ਹੁੰਦਾ ਹੋਊਗਾ, ਮਾਨਸਿਕ ਤੌਰ 'ਤੇ ਇਹ ਚੀਜ਼ਾਂ ਉਹਨੂੰ ਕਿੰਨਾ ਜ਼ਿਆਦਾ ਤੰਗ ਕਰ ਰਹੀਆਂ ਹੋਣਗੀਆਂ ਨਾ। ਕਈ ਵਾਰੀ ਐਵੇਂ ਹੁੰਦਾ ਵੀ ਆ ਵੀ ਜਿਵੇਂ ਹੁਣ ਉਹਨਾਂ ਦਾ ਈਗੋ ਇਸ਼ੂ ਹੀ ਸੀਗਾ ਵੀ ਤੂੰ ਨਹੀਂ ਦੇਖਣਾ ਤਾਂ ਫਿਰ ਮੈਂ ਵੀ ਨਹੀਂ ਦੇਖਣਾ, ਉਹ ਜੇ ਤੂੰ ਆਪਦੇ ਦੋਸਤਾਂ ਨਾਲ ਜਾ ਰਿਹਾ ਤਾਂ ਫਿਰ ਮੈਂ ਵੀ ਚੱਲੀ ਆਪਦੇ ਪੇਕੇ, ਹੈ ਨਾ। ਨਿਆਣਾ ਕਿੱਥੇ ਗਿਆ? ਨਿਆਣਾ ਕਿਹਦੇ ਨਾਲ ਜਾਊਗਾ, ਕਿਹੜੇ ਪਾਸੇ ਜਾਊਗਾ? ਅਤੇ 3 ਮਹੀਨਿਆਂ 'ਚੋਂ ਕਿਸੇ ਨੂੰ ਜ਼ਰੂਰੀ ਹੀ ਨਹੀਂ ਲੱਗਿਆ। ਇਹਦਾ ਮਤਲਬ ਕਿ ਤੁਹਾਡਾ ਬੱਚਾ ਤੁਹਾਡੀ ਜ਼ਿੰਦਗੀ 'ਚ ਆਇਆ ਨਾ ਆਇਆ ਤੁਹਾਡੇ ਲਈ ਇੱਕ ਬਰਾਬਰ ਸੀਗਾ ਉਹ, ਅਤੇ ਨਾ ਹੀ ਤੁਹਾਨੂੰ ਉਸ ਚੀਜ਼ ਦੀ ਅਹਿਮੀਅਤ ਦਾ ਪਤਾ ਲੱਗਿਆ, ਹੈ ਨਾ। ਸੋ ਇਹਦੇ ਨਾਲ ਤਾਂ ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਵੀ ਜਿਹੜੇ ਲੋਕ ਤਰਸਦੇ ਫਿਰਦੇ ਨੇ ਰੱਬ ਉਹਨਾਂ ਨੂੰ ਦੇ ਦੇਵੇ, ਅਤੇ ਇਹੋ ਜਿਹੇ ਲੋਕ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਔਲਾਦ ਹੋਣੀ ਹੀ ਨਹੀਂ ਚਾਹੀਦੀ, ਜਿਹੜੇ ਉਸ ਚੀਜ਼ ਦੀ ਕਦਰ ਹੀ ਨਹੀਂ ਕਰਦੇ ਹੈਗੇ, ਹੈ ਨਾ। ਬਹੁਤ ਵਾਰੀ ਇੱਦਾਂ ਹੁੰਦਾ ਵੀ ਹਾਂ ਘਰਾਂ ਦੇ ਵਿੱਚ ਆਪਣੇ ਨਹੀਂ ਉਵੇਂ ਦੀ ਅਪਬ੍ਰਿੰਗਿੰਗ ਹੋਈ ਹੁੰਦੀ, ਵੀ ਨਹੀਂ ਉੱਦਾਂ ਦਾ ਮਾਹੌਲ ਆਪਾਂ ਨੂੰ ਮਿਲਿਆ ਹੁੰਦਾ ਜਿੱਥੇ ਕਈ ਵਾਰੀ ਫਾਦਰ ਨੂੰ ਇਹ ਲੱਗੇ ਵੀ ਮੈਂ ਇਕੁਅਲੀ ਰਿਸਪੋਂਸੀਬਲ ਹਾਂ ਆਪਣੇ ਬੱਚੇ ਦੇ ਲਈ, ਹੈ ਨਾ। ਆਪਣੇ ਹਮੇਸ਼ਾ ਨੇੜੇ ਮਾਂ ਨੂੰ ਹੀ ਰੱਖਿਆ ਜਾਂਦਾ ਕਿ ਬੱਚੇ ਨੂੰ ਸੰਭਾਲਣਾ ਕਰਨਾ ਇਹ ਮਾਂ ਦੀ ਹੀ ਜ਼ਿੰਮੇਵਾਰੀ ਆ। ਹਾਲੇ ਤੱਕ ਇਹ ਥਾਟ ਨੂੰ ਆਪਾਂ ਤੋੜ ਨਹੀਂ ਸਕੇ ਭੈਣੇ, ਅਤੇ ਜਿੰਨੀ ਦੇਰ ਤੱਕ ਇਹ ਥਾਟ ਨਹੀਂ ਟੁੱਟਦਾ ਤਾਂ ਸੱਚੀ ਮਾਂ ਨੂੰ ਇਹ ਹੀ ਸਮਝਣਾ ਪੈਣਾ ਕਿ ਮੈਂ ਇਹਦੀ ਪ੍ਰਾਇਓਰਿਟੀ ਮੈਂ ਆ ਸਭ ਤੋਂ ਪਹਿਲਾਂ। ਜੇ ਹੋਰ ਕੋਈ ਨਹੀਂ ਦੇਖ ਰਿਹਾ ਤਾਂ ਮੈਨੂੰ ਦੇਖਣਾ ਹੀ ਪੈਣਾ, ਕਿਉਂਕਿ ਇਹ ਮੇਰੀ ਜ਼ਿੰਮੇਵਾਰੀ ਆ। ਚੀਜ਼ਾਂ ਬਦਲ ਜਾਣਗੀਆਂ, ਬਦਲਣ ਨੂੰ ਸਮਾਂ ਲੱਗੂਗਾ, ਪਰ ਦੋਨੋਂ ਜਾਣੇ ਉੱਥੇ ਸਰੈਂਡਰ ਨਹੀਂ ਨਾ ਕਰ ਸਕਦੇ ਵੀ ਤੂੰ ਨਹੀਂ ਕਰਨਾ ਤਾਂ ਮੈਂ ਵੀ ਨਹੀਂ ਕਰਨਾ ਹੈਗਾ। ਸੋ ਇਸ ਮੌਕੇ 'ਤੇ ਜਿਵੇਂ ਆਪਾਂ ਕਹਿੰਦੇ ਹਾਂ ਵੀ ਮਾਂ ਦੇ ਲਈ ਤਾਂ ਬੱਚਾ ਸਭ ਤੋਂ ਜ਼ਿਆਦਾ ਨੇੜੇ ਹੁੰਦਾ ਆ, ਹੈ ਨਾ। ਉਹ ਦੁਨੀਆ ਦੇ ਸਾਰੇ ਰਿਸ਼ਤੇ ਛੱਡ ਸਕਦੀ ਆ, ਬੱਚਾ ਨਹੀਂ ਛੱਡ ਸਕਦੀ, ਹੈ ਨਾ। ਮੈਂ ਕਹਿੰਦੀ ਹਾਂ ਵੀ ਜਿੱਥੇ ਪਿਓ ਨੂੰ ਇਹ ਲੱਗਦਾ ਕਿ ਮੇਰੀ ਆਜ਼ਾਦੀ ਦੇ ਵਿੱਚ ਇਹ ਚੀਜ਼ ਵਿਘਨ ਪਾ ਰਹੀ ਆ, ਜਾਂ ਮੇਰੇ ਤੋਂ ਇਹ ਚੀਜ਼ਾਂ ਨਹੀਂ ਹੋ ਰਹੀਆਂ, ਜਾਂ ਮੈਂ ਨਹੀਂ ਕਰ ਸਕਦਾ, ਜਾਂ ਮੈਂ ਨਹੀਂ ਸਾਂਭ ਸਕਦਾ, ਤਾਂ ਉੱਥੇ ਮਾਂ ਦਾ ਦਿਲ ਚਾਹੇ ਕਰੇ ਚਾਹੇ ਨਾ ਕਰੇ, ਬਹੁਤ ਸਾਰੇ ਲੋਕਾਂ ਨੂੰ ਲੱਗੂਗਾ ਵੀ ਤੁਸੀਂ ਇਹ ਥਾਟ ਕਨਵੇ ਕਰ ਰਹੇ ਹੋ। ਪਰ ਮੈਨੂੰ ਲੱਗਦਾ ਕਿ ਬੱਚਾ ਜਿੰਨੀ ਦੇਰ ਤੱਕ ਉਹ ਆਪਣੇ ਪੈਰਾਂ ਸਿਰ ਨਹੀਂ, ਆਪਣੇ ਆਪ ਨੂੰ ਨਹੀਂ ਦੇਖ ਸਕਦਾ ਉਹ, ਜਾਂ ਆਪਣੇ ਆਪ ਲਈ ਕੁਛ ਨਹੀਂ ਕਰ ਸਕਦਾ, ਫਿਰ ਤੁਹਾਨੂੰ ਉਹਦੀ ਜ਼ਿੰਮੇਵਾਰੀ ਲੈਣੀ ਹੀ ਪੈਣੀ ਆ, ਹੈ ਨਾ। ਤੁਸੀਂ ਨਹੀਂ ਭੱਜ ਸਕਦੇ ਹੈਗੇ।
ਜਾਂ ਫਿਰ ਤੁਸੀਂ ਸੋਚੋ ਵੀ ਜਦ ਅਸੀਂ ਮਤਲਬ ਹਸਬੈਂਡ ਵਾਈਫ ਹੀ ਨਹੀਂ ਇੱਕ ਦੂਜੇ ਦੇ ਨਾਲ, ਸਾਡੀ ਬੋਲਬਾਣੀ ਨਹੀਂ ਚੱਜਦੀ ਹੈਗੀ, ਸਾਡਾ ਨਿਰਭਾਈ ਨਹੀਂ ਹੈਗਾ, ਫਿਰ ਤੁਸੀਂ ਬੱਚੇ ਬਾਰੇ ਸੋਚੋ ਨਾ। ਆਪਾਂ ਤਾਂ ਹੀ ਕਹਿੰਦੇ ਹੁੰਦੇ ਕਿ ਵਿਆਹ ਤੋਂ ਬਾਅਦ ਨਾ ਤੁਹਾਨੂੰ ਥੋੜਾ ਜਿਹਾ ਵਕਤ ਲੈਣਾ ਚਾਹੀਦਾ। ਉਹ ਵਕਤ ਤੁਹਾਡੇ ਲਈ ਇਹੀ ਜ਼ਰੂਰੀ ਆ ਵੀ ਮੇਰੀ ਅੰਡਰਸਟੈਂਡਿੰਗ ਆ ਜਿਹੜੀ ਸਾਹਮਣੇ ਵਾਲੇ ਬੰਦੇ ਨਾਲ ਹੋ ਰਹੀ ਆ ਜਾਂ ਨਹੀਂ ਹੋ ਰਹੀ ਹੈ ਨਾ। ਬਹੁਤ ਸਾਰੀਆਂ ਕੁੜੀਆਂ ਇਸ ਲਈ ਬੱਚੇ ਪੈਦਾ ਕਰ ਲੈਂਦੀਆਂ ਨੇ, ਉਹਨਾਂ ਨੂੰ ਲੱਗਦਾ ਕਿ ਨਵੇਂ ਪਰਿਵਾਰ ਦੇ ਵਿੱਚ ਸਾਡੇ ਪੈਰ ਲੱਗ ਜਾਣਗੇ ਹੈ ਨਾ, ਜਾਂ ਘਰ ਵਾਲੇ 'ਚ ਸੁਧਾਰ ਆ ਜਾਊਗਾ। ਮੈਨੂੰ ਇਹ ਲੱਗਦਾ ਹੁੰਦਾ ਕਿ ਕਿਸੇ ਨੂੰ ਸੁਧਾਰਨ ਦੀ ਕੋਈ ਚੀਜ਼ ਗਰੰਟੀ ਨਹੀਂ ਹੈਗੀ, ਪਰ ਇੱਕ ਚੀਜ਼ ਆ ਜਿਹੜੀ ਆਪਾਂ ਬਚਪਨ ਤੋਂ ਹੁਣ ਤੱਕ ਸੁਣਦੇ ਆਏ ਵੀ ਆਪਣੀਆਂ ਮਾਵਾਂ ਨੇ ਵੀ ਬਹੁਤ ਸਾਰੇ ਹਾਲਾਤਾਂ 'ਚ ਇਹ ਗੱਲ ਕਹੀ ਹੁੰਦੀ ਆ, ਆਪਾਂ ਨੂੰ ਬਹੁਤ ਵਾਰ ਸੁਣਨ ਨੂੰ ਮਿਲੀ ਹੁੰਦੀ ਆ ਵੀ ਮੈਂ ਸਿਰਫ ਨਿਆਣਿਆਂ ਕਰਕੇ ਸਬਰ ਕਰ ਲਿਆ ਹੈ ਨਾ, ਜਾਂ ਮੈਂ ਨਿਆਣਿਆਂ ਕਰਕੇ ਕੱਟਦੀ ਪਈ ਹਾਂ। ਅਤੇ ਸੱਚੀ ਗੱਲ ਹੈ ਕਿ ਲੋਕ ਕਹਿੰਦੇ ਹੁੰਦੇ ਆ ਨਾ, ਮਾਂ ਨਾਲ ਬੱਚੇ ਦਾ ਰਿਸ਼ਤਾ 9 ਮਹੀਨੇ ਜ਼ਿਆਦਾ ਹੁੰਦਾ। ਜੇ ਤੁਹਾਡਾ ਬੱਚਾ ਅੱਜ 3 ਸਾਲ ਦਾ ਤਾਂ ਤੁਹਾਡੇ ਨਾਲ ਉਹਦਾ ਰਿਸ਼ਤਾ 3 ਸਾਲ 9 ਮਹੀਨੇ ਦਾ, ਪਿਓ ਨਾਲ ਉਹਦਾ ਰਿਸ਼ਤਾ ਸ਼ਾਇਦ 3 ਸਾਲ ਦਾ ਹੋ ਸਕਦਾ। ਅਤੇ ਮੈਨੂੰ ਲੱਗਦਾ ਉਹ 9 ਮਹੀਨਿਆਂ ਕਰਕੇ ਹੀ ਜ਼ਿੰਮੇਵਾਰੀ ਤੁਹਾਡੀ ਜ਼ਿਆਦਾ ਵੱਡੀ ਹੁੰਦੀ ਆ। ਆਪਾਂ ਕਹਿੰਦੇ ਹੁੰਦੇ ਕਿ ਬੱਚਾ ਮਾਂ 'ਚੋਂ ਪੈਦਾ ਹੁੰਦਾ, ਮਾਂ 'ਚੋਂ ਖੂਨ ਲੈਂਦਾ, ਮਾਂ 'ਚੋਂ ਮਾਸ ਲੈਂਦਾ ਹੈ ਨਾ, ਮਤਲਬ ਸਾਡੇ ਸਰੀਰ ਦਾ ਇੱਕ ਮਾਸ ਦਾ ਹਿੱਸਾ ਹੈ ਉਹ। ਅਤੇ ਬਹੁਤ ਸਾਰੀਆਂ ਕੁੜੀਆਂ ਬਹੁਤ ਭਾਵੁਕ ਹੋ ਕੇ ਇਹੋ ਜਿਹੇ ਫੈਸਲੇ ਕਰਦੀਆਂ ਨੇ ਕਿ ਮੇਰਾ ਜੇ ਤੇਰੇ ਨਾਲ ਨਿਰਵਾਹ ਨਹੀਂ ਹੁੰਦਾ ਤਾਂ ਮੈਂ ਛੱਡ ਕੇ ਚੱਲੀ, ਜਾਂ ਮੈਨੂੰ ਤਲਾਕ ਚਾਹੀਦਾ। ਪਰ ਜੇ ਤੁਸੀਂ ਮਾਂ ਹੋ ਤਾਂ ਸੱਚੀ ਤੁਹਾਨੂੰ ਇਹਨਾਂ ਫੈਸਲਿਆਂ 'ਤੇ ਦੁਬਾਰਾ ਗੌਰ ਕਰਨੀ ਚਾਹੀਦੀ ਆ। ਮੈਂ ਤਾਂ ਹਮੇਸ਼ਾ ਹੀ ਕਹਿੰਦੀ ਹੁੰਦੀ ਹਾਂ ਕਿ ਮੰਨ ਲਓ ਕਿ ਤੁਹਾਡਾ ਪਾਰਟਨਰ ਆ, ਚਾਹੇ ਕੁੜੀ 'ਚ ਗਲਤੀ ਆ ਚਾਹੇ ਮੁੰਡੇ 'ਚ ਗਲਤੀ ਆ, ਇੱਕ ਬਣੇ ਬਣਾਏ ਇਨਸਾਨ ਨੂੰ ਤੁਸੀਂ ਚਾਹ ਕੇ ਵੀ ਬਹੁਤ ਸਾਰੇ ਹਾਲਾਤਾਂ 'ਚ ਨਹੀਂ ਢਾਲ ਸਕਦੇ, ਆਪਣੇ ਮੁਤਾਬਕ ਉਹਨੂੰ ਨਹੀਂ ਤਿਆਰ ਕਰ ਸਕਦੇ। ਪਰ ਜਿਹੜੇ ਬੱਚਿਆਂ ਨੂੰ ਤੁਸੀਂ ਹਲੇ ਬਣਾ ਸਕਦੇ ਹੋ, ਜਿਹੜੇ ਕੱਚੇ ਘੜੇ ਨੇ, ਤੁਸੀਂ ਉਹਨਾਂ 'ਤੇ ਮਿਹਨਤ ਕਰਨੀ ਸ਼ੁਰੂ ਕਰ ਲਓ। ਮੰਨ ਲਓ ਮੈਂ ਸੋਚਦੀ ਹਾਂ ਕਿ ਮੇਰਾ ਅੱਜ ਵਾਲਾ ਵਕਤ ਖਰਾਬ ਆ, ਉਹ ਮੇਰਾ ਵਕਤ ਕਿਹਦੀ ਵਜ੍ਹਾ ਨਾਲ ਖਰਾਬ ਆ, ਮੈਂ ਉਹਦੇ 'ਤੇ ਮਿਹਨਤ ਕਰਨ ਨਾਲ ਮੇਰੇ ਲਈ ਜ਼ਰੂਰੀ ਨਹੀਂ ਵੀ ਮੈਂ ਆਪਣੇ ਨਿਆਣਿਆਂ 'ਤੇ ਮਿਹਨਤ ਕਰਨੀ ਸ਼ੁਰੂ ਕਰਾਂ। ਉਹ ਨਿਆਣੇ ਕੱਲ੍ਹ ਨੂੰ ਤੁਹਾਡੀ ਜ਼ਿੰਦਗੀ 'ਚ ਕਿੱਡਾ ਬਦਲਾਅ ਲੈ ਕੇ ਆਉਣਗੇ। ਪਰ ਜੇ ਅੱਜ ਤੁਸੀਂ ਸੋਚਦੇ ਹੋ ਕਿ ਮੇਰੀ ਵਾਈਫ ਨਾਲ ਨਹੀਂ ਬਣ ਰਹੀ, ਮੈਂ ਸਾਰਾ ਦਿਨ ਉਹਦੇ 'ਤੇ ਹੀ ਲੱਗਿਆ ਰਹਾਂ, ਅਤੇ ਮੇਰੇ ਬੱਚੇ ਜਿਹੜੇ ਜਿਨ੍ਹਾਂ ਨੂੰ ਹਲੇ ਮੇਰੀ ਜ਼ਰੂਰਤ ਆ ਖਾਣ ਪਹਿਨਣ ਤੋਂ ਲੈ ਕੇ ਹਰੇਕ ਮਤਲਬ ਜ਼ਿੰਦਗੀ ਦੀ ਜ਼ਰੂਰਤ 'ਚ, ਉਹਨਾਂ 'ਤੇ ਮੈਂ ਧਿਆਨ ਨਹੀਂ ਦੇ ਰਿਹਾ, ਅਤੇ ਫਿਰ ਮੈਂ ਉੱਥੇ 27-28 ਸਾਲ 30 ਸਾਲ 40 ਸਾਲ ਦੇ ਬੰਦੇ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ। ਮੈਨੂੰ ਲੱਗਦਾ ਬਿਲਕੁਲ ਬੇਫਾਇਦਾ ਹੁੰਦੀ ਆ ਉਹ ਚੀਜ਼, ਉਹਦਾ ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ। ਅਤੇ ਦੂਜੀ ਚੀਜ਼ ਗੁਰਦੀਪ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਆਪਾਂ ਸੋਚੀਏ ਕਿ ਆਪਾਂ ਸਾਈਡ 'ਤੇ ਜਾ ਕੇ ਲੜ ਲਈਏ, ਜਾਂ ਜਦੋਂ ਤੁਹਾਡੇ ਬੱਚੇ ਨਹੀਂ ਹੈ ਤੁਸੀਂ ਉਦੋਂ ਲੜ ਲਓ, ਤਾਂ ਤੁਸੀਂ ਮੰਨੋਗੇ ਕਿ ਇੱਕ ਪਾਕਿਸਤਾਨ ਦੀ ਇੱਕ ਲੇਡੀ ਹੈ ਜਿਹੜੇ ਬਹੁਤ ਸੋਹਣੇ ਲੈਕਚਰ ਕਰਦੇ ਨੇ ਇਸੇ ਚੀਜ਼ 'ਤੇ, ਅਬਿਊਜ਼ਿਵ ਰਿਲੇਸ਼ਨਸ਼ਿਪ ਹੁੰਦੀ ਹੈ ਜਿਹੜੀ ਹੈ ਨਾ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡੀ ਬੰਦ ਕਮਰਿਆਂ ਦੀ ਲੜਾਈ ਤੁਹਾਡੇ ਬੱਚੇ ਨੂੰ ਤੁਹਾਡੇ ਖੁੱਲ੍ਹੀ ਲੜਾਈ ਤੋਂ ਵੀ ਪਹਿਲਾਂ ਪਤਾ ਚੱਲ ਜਾਂਦੀ ਹੈ ਨਾ, ਕਿਉਂਕਿ ਉਹਨੂੰ ਲੱਗਦਾ ਕਿ ਜੇ ਮੇਰੇ ਮਾਂ ਪਿਓ ਮੁਹੱਬਤ ਦੀ ਗੱਲ ਮੇਰੇ ਸਾਹਮਣੇ ਕਰ ਸਕਦੇ ਨੇ, ਮੇਰੇ ਸਾਹਮਣੇ ਬਹਿ ਕੇ ਰੋਟੀ ਪਾਣੀ ਖਾ ਸਕਦੇ ਨੇ, ਤਾਂ ਉਹ ਮੈਨੂੰ ਦੂਜੇ ਕਮਰੇ 'ਚ ਜਾਣ ਲਈ ਜਦੋਂ ਕਹਿ ਰਹੇ ਨੇ ਤਾਂ ਜ਼ਰੂਰ ਇਹਨਾਂ 'ਚ ਇਹੋ ਜਿਹੀ ਕੋਈ ਗੱਲਬਾਤ ਹੋਊਗੀ ਜਿਹੜੀ ਕਿ ਮੈਨੂੰ ਨਹੀਂ ਦੱਸਣਾ ਚਾਹੁੰਦੇ ਹੈ ਨਾ। ਅਤੇ ਨਿਆਣਾ ਸੱਚੀ ਤੁਹਾਡੇ ਭਾਵ ਸਮਝ ਲੈਂਦਾ ਕਿ ਤੁਹਾਡਾ ਰਿਸ਼ਤਾ ਕਿਸ ਤਰੀਕੇ ਦਾ ਹੈ। ਅਤੇ ਆਪਾਂ ਨੂੰ ਮੈਨੂੰ ਲੱਗਦਾ ਹੈ ਕਿ ਆਪਾਂ ਕਹਿੰਦੇ ਹੁੰਦੇ ਹਾਂ ਨਾ ਵੀ ਆਪਾਂ ਨੂੰ 5 ਸਾਲ ਦੀ ਉਮਰ ਦੀ ਵੀ ਕਈ ਵਾਰੀ ਇੱਕ ਛੋਟੀ ਜਿਹੀ ਘਟਨਾ ਯਾਦ ਹੁੰਦੀ ਹੈ, ਬਾਕੀ ਸਾਰੀ ਜ਼ਿੰਦਗੀ 10 ਸਾਲ ਦੀ ਉਮਰ ਤੱਕ ਵੀ ਨਹੀਂ ਕੁਛ ਪਤਾ ਹੁੰਦਾ। ਤਾਂ ਤੁਸੀਂ ਆਪਣੇ ਬੱਚੇ ਨੂੰ 10 ਸਾਲ ਬਾਅਦ ਵੀ ਪੁੱਛੋਗੇ ਨਾ ਕੋਈ ਵੀ ਤੈਨੂੰ ਬਚਪਨ ਦੀ ਕਿਹੜੀ ਗੱਲ ਯਾਦ ਆ, ਜਾਂ ਤਾਂ ਉਹ ਕੋਈ ਤੁਹਾਡੀ ਬਹੁਤ ਮੁਹੱਬਤ ਵਾਲੀ ਗੱਲ ਦੱਸੂਗਾ, ਜਾਂ ਫਿਰ ਉਹ ਤੁਹਾਡੀ ਬਹੁਤ ਕੋਈ ਇਹੋ ਜਿਹੀ ਗੱਲ ਦੱਸੂਗਾ ਨਾ। ਤਾਂ ਮੈਨੂੰ ਲੱਗਦਾ ਕਿ ਜਿਹੜੇ ਬੱਚੇ ਨੇ ਛੋਟੇ ਛੋਟੇ ਡਿਪਰੈਸ਼ਨ 'ਚ ਨੇ, ਜਿਹੜੇ ਬੱਚੇ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੇ ਆ, ਇਹ ਸਾਰੇ ਉਹਨਾਂ ਘਰਾਂ ਦੇ ਬੱਚੇ ਹੁੰਦੇ ਆ ਜਿਨ੍ਹਾਂ ਦੇ ਮਾਂ ਪਿਓ ਦੀ ਆਪਸ ਵਿੱਚ ਨਹੀਂ ਬਣਦੀ। ਅਤੇ ਜੇ ਤੁਸੀਂ ਸੱਚੇ ਮਾਂ ਪਿਓ ਤਾਂ ਤੁਸੀਂ ਉੱਥੇ ਪਤੀ ਪਤਨੀ ਬਣ ਕੇ ਨਹੀਂ ਸੋਚ ਸਕਦੇ, ਫਿਰ ਤੁਹਾਨੂੰ ਉੱਥੇ ਮਾਂ ਪਿਓ ਬਣ ਕੇ ਹੀ ਸੋਚਣਾ ਪਊਗਾ। ਅਤੇ ਉਹਦੇ 'ਚ ਆਪਾਂ ਜਿਵੇਂ ਤੁਸੀਂ ਕਿਹਾ ਇਸ ਮਿੱਥ ਨੂੰ ਤੋੜ ਨਹੀਂ ਸਕਦੇ, ਜ਼ਮਾਨਾ ਜਿੰਨੀਆਂ ਮਰਜ਼ੀ ਐਡਵਾਂਸਮੈਂਟ ਦੀਆਂ ਗੱਲਾਂ ਕਰੇ, ਪਰ ਮੈਨੂੰ ਲੱਗਦਾ ਮਾਂ ਦੀ ਭੂਮਿਕਾ ਜ਼ਿਆਦਾ ਵੱਡੀ ਹੋਣੀ ਚਾਹੀਦੀ ਆ। ਆਪਾਂ ਨਹੀਂ ਛੱਡ ਸਕਦੇ ਹੁੰਦੇ ਬੱਚਾ ਨਾ, ਜਿਵੇਂ ਤੁਸੀਂ ਕਿਹਾ ਵੀ ਮਤਲਬ ਲੜਾਈ ਦਾ ਤਾਂ ਬੰਦ ਕਮਰਿਆਂ ਵਾਲੀਆਂ ਦਾ ਵੀ ਪਤਾ ਲੱਗ ਜਾਂਦਾ। ਹੁਣ ਮੈਂ ਕਿਹਾ ਵੀ ਕਈ ਵਾਰ ਕੋਈ ਕਪਲ ਏਡਾ ਢੀਠ ਹੁੰਦਾ ਵੀ ਉਹ ਸੋਚਦਾ ਹੀ ਨਹੀਂ ਹੈਗਾ ਵੀ ਇਹਦਾ ਨਿਆਣੇ 'ਤੇ ਕੀ ਅਸਰ ਹੋਊ। ਵੀ ਜੇ ਨਹੀਂ ਤੁਸੀਂ ਲੜਨਾ ਬੰਦ ਕਰ ਸਕਦੇ, ਜੇ ਲੜਨਾ ਹੀ ਆ ਘੱਟੋ ਘੱਟ ਪਰੇ ਹੋ ਕੇ ਲੜ ਲਓ ਹੈ ਨਾ। ਨਿਆਣਾ ਉਸ ਚੀਜ਼ ਨੂੰ ਪ੍ਰੈਕਟੀਕਲੀ ਹੁੰਦੀ ਤਾਂ ਨਾ ਦੇਖੇ ਹੈ ਨਾ। ਜਾਂ ਕਈ ਵਾਰੀ ਇਹ ਹੁੰਦਾ ਵੀ ਖਿਝ ਸਾਨੂੰ ਆਪਸ 'ਚ ਚੜ੍ਹੀ ਹੁੰਦੀ ਹੈ ਅਤੇ ਗੁੱਸਾ ਅਸੀਂ ਨਿਆਣਿਆਂ 'ਤੇ ਕੱਢੀ ਜਾਂਦੇ ਹੁੰਦੇ ਹਾਂ। ਇੱਕ ਵਾਰੀ ਆਪਾਂ ਅੱਗੇ ਵੀ ਇੱਕ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਕਈ ਵਾਰੀ ਲੇਡੀਜ਼ ਮਤਲਬ ਗੁੱਸਾ ਆਪਸ 'ਚ ਹੁੰਦਾ ਹੈ ਅਤੇ ਰੋਟੀ ਅਸੀਂ ਨਿਆਣਿਆਂ ਨੂੰ ਨਹੀਂ ਖਵਾਉਂਦੇ ਹੈਗੇ ਹੈ ਨਾ।
ਸੋ ਗੁੱਸਾ ਗਿਲਾ ਹੈਗਾ, ਸਾਨੂੰ ਇਹ ਚੀਜ਼ਾਂ ਦੀ ਪਛਾਣ ਹੋਣੀ ਚਾਹੀਦੀ ਹੈ ਵੀ ਗੁੱਸਾ ਮੇਰਾ ਇੱਕੋ ਹੀ ਬੰਦੇ ਨਾਲ ਆ, ਵੀ ਬਾਕੀ ਜਿਹੜਾ ਟੱਬਰ ਬੈਠਾ ਝਾਕਦਾ ਆ ਵੀ ਉਹਨਾਂ ਨਾਲ ਤਾਂ ਮੇਰਾ ਕੋਈ ਗੁੱਸਾ ਗਿਲਾ ਨਹੀਂ ਹੈ ਨਾ, ਚਾਹੇ ਉਹ ਮੁੰਡੇ ਵੱਲੋਂ ਆ ਚਾਹੇ ਕੁੜੀ ਵੱਲੋਂ ਆ, ਵੀ ਬਾਕੀ ਸਾਰੇ ਟੱਬਰ ਦੇ ਜੀਆਂ ਦੇ ਨਾਲ, ਖਾਸ ਤੌਰ 'ਤੇ ਆਪਣੇ ਬੱਚਿਆਂ ਦੇ ਨਾਲ ਤੁਸੀਂ ਉਸ ਤਰੀਕੇ ਦੇ ਨਾਲ ਵਿਚਰੋ, ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਹੈ ਕਿ ਸਾਡੇ ਘਰਾਂ ਦੇ ਵਿੱਚ ਜਿੱਥੇ ਬਹੁਤ ਸਾਰੇ ਹੋਰ ਮੁੱਦੇ ਆਪਾਂ ਕਹਿ ਦਿੰਦੇ ਆ ਵੀ ਇਹਨਾਂ 'ਤੇ ਡਿਸਕਸ ਕਰਨਾ ਜ਼ਰੂਰੀ ਹੋਈ ਨਹੀਂ ਹੈਗਾ, ਜਾਂ ਤਾਂ ਨਿਆਣੇ ਨੇ, ਨਿਆਣਿਆਂ ਨੂੰ ਕੀ ਪਤਾ ਹੈ ਨਾ, ਜਾਂ ਨਿਆਣਿਆਂ ਨੂੰ ਸਮਝ ਨਹੀਂ ਹੈਗੀ ਇਸ ਚੀਜ਼ ਦੀ। ਸੋ ਆਪਾਂ ਇੱਕ ਵਾਰੀ ਇੱਕ ਸਾਈਕੋਲੋਜਿਸਟ ਨੂੰ ਮਿਲੇ ਸੀਗੇ, ਉਹ ਕਹਿੰਦੇ ਸੀਗੇ ਕਿ ਨਿਆਣੇ ਨੂੰ ਉਹ ਵੀ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਜਦੋਂ ਆਪਦੀ ਮਾਂ ਦੇ ਢਿੱਡ 'ਚ ਹੁੰਦਾ ਆ, ਹੈ ਨਾ। ਸੋ ਚਾਹੇ ਉਹਦੇ ਅਚੇਤ ਮਨ 'ਚ ਨਹੀਂ ਹੈਗਾ, ਪਰ ਸੁਚੇਤ ਮਨ ਦੇ ਵਿੱਚ ਉਹਦੇ ਬਹੁਤ ਸਾਰੀਆਂ ਚੀਜ਼ਾਂ ਪਈਆਂ ਰਹਿੰਦੀਆਂ ਨੇਗੀਆਂ। ਈਵਨ ਜਦੋਂ ਸੁੱਤਾ ਪਿਆ ਵਾ ਉਦੋਂ ਵੀ ਉਹਦੀਆਂ ਮਤਲਬ ਸਰਾਊਂਡਿੰਗ ਜਿਹੜੀਆਂ ਨੇ ਉਹਨੂੰ ਸਾਰੀਆਂ ਮਹਿਸੂਸ ਹੁੰਦੀਆਂ ਨੇ। ਸੋ ਆਪਾਂ ਇੰਨੇ ਹਲਕੇ 'ਚ ਨਾ ਲਈਏ ਕਿਸੇ ਵੀ ਚੀਜ਼ ਨੂੰ ਵੀ ਨਿਆਣਿਆਂ ਨੂੰ ਕੀ ਪਤਾ ਲੱਗਦਾ ਜਾਂ ਨਿਆਣਿਆਂ 'ਤੇ ਕੀ ਅਸਰ ਹੋਣਾ, ਵੀ ਜਾਂ ਮੈਂ ਥੋੜ੍ਹੀ ਆਪਦੇ ਮਤਲਬ ਨਿਆਣਿਆਂ ਪਿੱਛੇ ਮੈਂ ਆਪਦੀ ਜ਼ਿੰਦਗੀ ਥੋੜ੍ਹੀ ਖ਼ਰਾਬ ਕਰਨੀ। ਥੋੜ੍ਹੀਆਂ ਇੱਕ ਦਿਨ ਆਪਾਂ ਕਿਸੇ ਲੇਡੀ ਦੀ ਗੱਲ ਕਰ ਰਹੇ ਸੀਗੇ ਵੀ ਉਹਨਾਂ ਦਾ ਆਪਸੀ ਰਿਸ਼ਤਾ ਚੰਗਾ ਨਹੀਂ ਆ, ਅਤੇ ਮਤਲਬ ਜਦੋਂ ਲੇਡੀ ਨੂੰ ਕਿਸੇ ਨੇ ਸੁਝਾਅ ਦਿੱਤਾ ਸੀ ਵੀ ਜਦੋਂ ਤੁਹਾਡੀ ਨਿਭਦੀ ਹੋਈ ਨਹੀਂ ਤੁਸੀਂ ਅੱਡ ਅੱਡ ਹੋ ਲਓ ਨਾ, ਤਾਂ ਉਹ ਲੇਡੀ ਨੇ ਬਹੁਤ ਸਿਆਣਾ ਜਵਾਬ ਦਿੱਤਾ ਸੀਗਾ ਵੀ ਅੱਜ ਤਾਂ ਮੈਂ ਇਕੱਲੀ ਸਹਿ ਰਹੀ ਹਾਂ, ਵੀ ਜੇ ਅਸੀਂ ਅੱਡ ਅੱਡ ਹੋ ਗਏ ਜਿਹੜੇ ਮੇਰੇ ਨਾਲ 2 ਨਿਆਣੇ ਨੇ ਫਿਰ ਉਹਨਾਂ ਨੂੰ ਵੀ ਸਹਿਣਾ ਪਊਗਾ, ਹੈ ਨਾ। ਸੋ ਇੱਕ ਜ਼ਿੰਦਗੀ ਖਰਾਬ ਮਤਲਬ 3 ਜ਼ਿੰਦਗੀਆਂ ਖਰਾਬ ਹੋਣ ਦੀ ਬਜਾਏ ਇਹ ਠੀਕ ਨਹੀਂ ਹੈਗਾ ਕਿ ਇੱਕ ਖਰਾਬ ਹੋ ਰਹੀ ਆ, ਹੈ ਨਾ, ਵੀ ਇੱਕ ਸਹਿ ਰਿਹਾ ਵਾ, ਹੈ ਨਾ, ਅਤੇ ਬਾਕੀ ਸਾਰੇ ਜਾਣੇ ਤਾਂ ਖੁਸ਼ ਨੇ ਉਹਦੇ ਬਦਲੇ ਦੇ ਵਿੱਚ। ਇਹ ਬਹੁਤ ਹਾਰਡ ਡਿਸੀਜ਼ਨ ਹੁੰਦੇ ਨੇ, ਜਾਂ ਕਈ ਵਾਰੀ ਕੋਈ ਬੰਦਾ ਇਹ ਵੀ ਕਹਿ ਸਕਦਾ ਕਿ ਬਹੁਤ ਹੀ ਮੂਰਖਤਾ ਵਾਲਾ ਡਿਸੀਜ਼ਨ ਹੈ, ਕਿਉਂਕਿ ਉਹ ਲੇਡੀ ਤਾਂ ਮੈਂਟਲੀ ਸਟਰੋਂਗ ਆ, ਉਸ ਸਿਚੁਏਸ਼ਨ 'ਚ ਸਰਵਾਈਵ ਕਰ ਰਹੀ ਹੈ। ਕਈ ਵਾਰੀ ਕੋਈ ਬੰਦਾ ਦਿਮਾਗੀ ਤੌਰ 'ਤੇ ਇੰਨਾ ਮਜ਼ਬੂਤ ਨਹੀਂ ਵੀ ਹੁੰਦਾ, ਉਹ ਮਤਲਬ ਕੁਇਟ ਕਰ ਜਾਂਦਾ ਲਾਈਫ ਤੋਂ, ਹੈ ਨਾ। ਇਹ ਵੀ ਨਹੀਂ ਹੋਣਾ ਚਾਹੀਦਾ, ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਥੋੜ੍ਹਾ ਜਿਹਾ ਤਾਂ ਸਟਰੋਂਗ ਹੋਣਾ ਚਾਹੀਦਾ ਵਾ, ਵੀ ਜਿੱਥੇ ਕਿਤੇ ਤੁਹਾਡਾ ਆਪਸੀ ਰਿਸ਼ਤਾ ਖਿੱਚੋ ਤਾਣ ਦਾ ਸ਼ਿਕਾਰ ਆ, ਉਹ ਤਾਂ ਖਮਿਆਜਾ ਤੁਹਾਡੇ ਨਿਆਣੇ ਨਾ ਭੁਗਤਣ। ਉਹ ਨਿਆਣੇ ਜਿਹੜੇ ਕਿ ਆਪਦੀ ਮਰਜ਼ੀ ਨਾਲ ਨਹੀਂ ਤੁਹਾਡੀ ਮਰਜ਼ੀ ਨਾਲ ਇਸ ਦੁਨੀਆ ਦੇ ਉੱਪਰ ਆਏ ਨੇ, ਅਤੇ ਉਹਨਾਂ ਨੂੰ ਚੰਗੀ ਮਾਨਸਿਕ ਸਿਹਤ ਮਿਲੇ, ਤਾਂ ਇਹਦਾ ਤੁਹਾਨੂੰ ਪੂਰਾ ਖਿਆਲ ਰੱਖਣਾ ਜ਼ਰੂਰੀ ਆ। ਗੁਰਦੀਪ ਉਹੀ ਗੱਲ ਆ, ਮੁੜ ਕੇ ਆਪਾਂ ਉਸੇ ਗੱਲ 'ਤੇ ਆਉਂਦੇ ਹਾਂ ਕਿ ਪਹਿਲੀ ਗੱਲ ਤਾਂ ਤੁਹਾਨੂੰ ਵਿਆਹ ਉਦੋਂ ਕਰਾਉਣਾ ਚਾਹੀਦਾ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਦੂਜੇ ਦਾ ਖਿਆਲ ਵੀ ਕਰ ਸਕਦੇ ਹੋ, ਜਾਂ ਬਹੁਤ ਸਾਰੇ ਹਾਲਾਤਾਂ 'ਚ ਇੱਕ ਦੂਜੇ ਮੁਤਾਬਕ ਝੁਕ ਸਕਦੇ ਹੋ ਜਾਂ ਢਲ ਸਕਦੇ ਹੋ, ਹੈ ਨਾ। ਹੁਣ ਤੁਹਾਡੇ ਵਿਆਹ ਹੋਏ ਨੂੰ ਵੀ ਇੰਨੇ ਸਾਲ ਹੋ ਗਏ, ਮੇਰੇ ਵਿਆਹ ਹੋਏ ਨੂੰ ਵੀ 17-18 ਸਾਲ ਹੋ ਗਏ, ਤਾਂ ਮੈਨੂੰ ਨਹੀਂ ਲੱਗਦਾ ਕਿ ਹਮੇਸ਼ਾ ਧੌਣ ਅਕੜਾ ਕੇ ਹੀ ਤੁਸੀਂ ਇਸ ਰਿਸ਼ਤੇ 'ਚ ਚੱਲ ਸਕੇ ਹੋਵੋਗੇ। ਜਾਂ ਜਿਵੇਂ ਤੁਸੀਂ ਕਹੋ ਵੀ ਤੁਸੀਂ ਬਹੁਤ ਲੰਮਾ ਟਾਈਮ ਆਪਦਾ ਗੁੱਸਾ ਖਿੱਚ ਕੇ ਰੱਖਿਆ ਵੀ ਚੀਜ਼ਾਂ ਬਦਲ ਜਾਣਗੀਆਂ, ਨਹੀਂ ਬਦਲਦੀ, ਉਹ ਖਰਾਬ ਹੀ ਹੁੰਦੀਆਂ। ਨਾਲੇ ਮਤਲਬ ਇਹ ਚੀਜ਼ ਤਾਂ ਹੈਗੀ ਆ ਗੁਰਦੀਪ ਕਿ ਇਸ ਰਿਸ਼ਤੇ 'ਚ ਤੁਹਾਨੂੰ ਮਤਲਬ ਝੁਕਣਾ ਨਹੀਂ ਮੈਂ ਕਹਿ ਸਕਦੀ, ਪਰ ਹਾਂ ਬਹੁਤ ਸਾਰੇ ਕੰਪਰੋਮਾਈਜ਼ ਕਰਨੇ ਪੈਂਦੇ ਨੇ। ਉਹ ਹੋ ਸਕਦਾ ਤੁਹਾਡਾ ਹਸਬੈਂਡ ਵੀ ਕਰ ਰਿਹਾ, ਆਪਾਂ ਵੀ ਕਰ ਰਹੇ ਹਾਂ, ਆਪਾਂ ਉਹਦੇ ਨਜ਼ਰੀਏ ਨਾਲ ਨਹੀਂ ਦੇਖ ਪਾ ਰਹੇ ਕਿ ਉਹ ਕਿਸ ਚੀਜ਼ 'ਚ ਆਪਣੇ ਆਪ 'ਚ ਉਹਨੇ ਕਿੰਨੇ ਕੁ ਬਦਲਾਅ ਲਿਆਂਦੇ ਹੋਣਗੇ। ਬਹੁਤ ਹਾਲਾਤ ਜਦੋਂ ਮਾੜੇ ਹੋ ਜਾਂਦੇ ਆ, ਜਦੋਂ ਤੁਹਾਨੂੰ ਲੱਗਦਾ ਵੀ ਸੱਚੀ ਨਹੀਂ ਨਿਰਵਾਹ ਕਰ ਸਕਦੇ, ਤੁਹਾਡਾ ਉਦੋਂ ਵੀ ਫੈਸਲਾ ਮੈਨੂੰ ਲੱਗਦਾ 100 ਵਾਰ ਵਿਚਾਰਿਆ ਜਾਣਾ ਚਾਹੀਦਾ ਆਪਦੇ ਬੱਚਿਆਂ ਬਾਰੇ ਸੋਚ ਕੇ, ਜੇ ਬੱਚੇ ਹੈਗੇ ਆ। ਜੇ ਨਹੀਂ ਹੈਗੇ ਤਾਂ ਮਤਲਬ ਤੁਸੀਂ ਬੱਚੇ ਪੈਦਾ ਕਰਨ ਤੋਂ ਪਹਿਲਾਂ ਹੀ ਆਪਣਾ ਰਾਹ ਜਿਹੜਾ ਵੱਖ ਕਰ ਲਓ, ਪਰ ਜੇ ਬੱਚੇ ਹੋ ਗਏ ਨੇ ਤਾਂ ਫਿਰ ਸੱਚੀ ਤੁਸੀਂ ਉਸ ਚੀਜ਼ 'ਤੇ ਬਹੁਤ ਜ਼ਿਆਦਾ ਸੋਚ ਵਿਚਾਰ ਕਰੋ। ਬਹੁਤ ਸਾਰੀਆਂ ਮਾਵਾਂ ਨੂੰ ਆਦਤ ਹੁੰਦੀ ਹੈ ਕਿ ਉਹ ਆਪਣੇ ਘਰ ਵਾਲੇ ਦੀਆਂ ਚੁਗਲੀਆਂ ਵੀ ਬੱਚਿਆਂ ਨਾਲ ਕਰੀ ਜਾਣਗੀਆਂ, ਹੈ ਨਾ। ਤੁਸੀਂ ਬੱਚੇ ਦੇ ਮਨ 'ਚ ਇੱਕ ਪਿਓ ਦਾ ਪ੍ਰਭਾਵ ਘੱਟ ਕਰ ਰਹੇ ਹੋ। ਜੇ ਪਿਓ ਉਹੀ ਚੀਜ਼ ਮਾਂ ਲਈ ਬੱਚਿਆਂ ਨਾਲ ਕਰ ਰਿਹਾ ਤਾਂ ਮੈਨੂੰ ਲੱਗਦਾ ਵੀ ਉਹ ਵੀ ਮਾਂ ਦਾ ਪ੍ਰਭਾਵ ਘੱਟ ਕਰ ਰਿਹਾ, ਅਤੇ ਕਿਤੇ ਨਾ ਕਿਤੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਹੱਥਾਂ 'ਚੋਂ ਬਾਹਰ ਕੱਢ ਰਹੇ ਹੋ। ਅਤੇ ਲੜਾਈਆਂ ਤੁਹਾਡੀਆਂ ਜਿਵੇਂ ਦੀਆਂ ਵੀ ਮਰਜ਼ੀ ਹੋਣ, ਬੱਚੇ ਦੇ ਮਨ 'ਚੋਂ ਮਾਂ ਪਿਓ ਦਾ ਪ੍ਰਭਾਵ ਆ ਜਿਹੜਾ, ਮਾਂ ਪਿਓ ਦਾ ਜਿਹੜਾ ਸਤਿਕਾਰ ਆ, ਉਹ ਕਦੀ ਨਹੀਂ ਜਾਣਾ ਚਾਹੀਦਾ। ਜਿਵੇਂ ਮੈਨੂੰ ਕੁੜੀਆਂ 'ਚ ਥੋੜ੍ਹੀ ਜਿਹੀ ਇੱਕ ਚੀਜ਼ ਦੀ ਇਹ ਕਮੀ ਲੱਗਦੀ ਹੁੰਦੀ, ਆਪਾਂ ਵੀ ਕੁੜੀਆਂ, ਮੈਨੂੰ ਲੱਗਦਾ ਹੁੰਦਾ ਕਿ ਅਸੀਂ ਨਾ ਵਿਆਹ ਕਰਾ ਕੇ ਘਰ ਵਾਲੇ ਨੂੰ ਹੀ ਸਾਰੀਆਂ ਖੁਸ਼ੀਆਂ ਦਾ ਸਬੱਬ ਮੰਨਣ ਲੱਗ ਜਾਂਦੇ ਹਨ। ਸਾਨੂੰ ਲੱਗਦਾ ਵੀ ਜੇ ਉਹ ਹੱਸੂਗਾ ਤਾਂ ਹੀ ਮੈਂ ਹੱਸ ਸਕਦੀ ਹਾਂ, ਜੇ ਉਹ ਰੋਟੀ ਖਾਊਗਾ ਤਾਂ ਹੀ ਮੈਂ ਖਾ ਸਕਦੀ ਹਾਂ ਨਾ। ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਵਿਆਹ ਹੋਏ ਨੂੰ ਇੰਨੇ ਸਾਲ ਹੋ ਗਏ, ਸਾਡੇ 'ਚ ਵੀ ਬਹੁਤ ਸਾਰੀਆਂ ਲੜਾਈਆਂ ਨੇ, ਸਾਡੇ 'ਚ ਵੀ ਬਹੁਤ ਮੁੱਦੇ ਨੇ ਜਿਹੜੇ ਉੱਠਦੇ ਨੇ ਨਾ। ਮੈਂ ਤੁਹਾਨੂੰ ਆਪਣੇ ਤਜਰਬੇ ਨਾਲ ਦੱਸ ਰਹੀ ਹਾਂ, ਪਰ ਮੈਨੂੰ ਇਸ ਗੱਲੋਂ ਬਹੁਤ ਢੀਠ ਮੰਨਦੇ ਆ ਲੋਕ ਕਿ ਸ਼ਾਮ ਦੇ 6 ਵਜੇ ਮੇਰੇ ਨਿਆਣਿਆਂ ਨੇ ਰੋਟੀ ਖਾਧੀ ਹੋਊਗੀ, ਸਵੇਰੇ 6 ਵਜੇ ਉਹ ਨਹਾਏ ਹੋਣਗੇ। ਮੈਂ ਕਦੀ ਐਵੇਂ ਨਹੀਂ ਸੋਚਦੀ ਹੁੰਦੀ ਜ਼ਿੰਦਗੀ 'ਚ ਕਿ ਜੇ ਮੇਰੇ ਨਾਲ ਕੋਈ ਲੜ ਪਿਆ ਤਾਂ ਮੈਂ ਹੁਣ ਕੰਬਲ ਲੈ ਕੇ ਪੈ ਜਾਵਾਂ, ਹੈ ਨਾ, ਭਾਂਡੇ ਭੰਦੇ ਫਿਰੀ ਜਾ। ਤਾਂ ਮੈਂ ਮਤਲਬ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਮੈਂ ਕਦੀ ਕਿਸੇ ਬੰਦੇ ਲਈ ਰੋਟੀ ਛੱਡੀ ਹੋਊਗੀ, ਹੈ ਨਾ। ਤਾਂ ਮੈਂ ਆਪਣੇ ਟਾਈਮ ਨਾਲ ਖਾਂਦੀ ਹਾਂ, ਅਤੇ ਘਰ 'ਚ ਸੇਮ ਉਸੇ ਤਰੀਕੇ ਦੀ ਸਫਾਈ ਹੋਊਗੀ। ਮੈਂ ਕਦੇ ਨਹੀਂ ਸੋਚਦੀ ਕਿ ਅੱਜ ਮੈਂ ਨਹਾਉਣਾ ਨਹੀਂ, ਮੈਂ ਅੱਜ ਕੰਘੀ ਨਹੀਂ ਕਰਨੀ ਕਿਉਂਕਿ ਫਲਾਣਾ ਤਾਂ ਮੇਰੇ ਨਾਲ ਰੁੱਸਿਆ ਹੋਇਆ ਨਾ।
ਉਹ ਅਗਲੇ ਦਾ ਮਿਜਾਜ ਆ, ਪਰ ਤੁਸੀਂ ਆਪਣੇ ਮਿਜਾਜ 'ਚ ਤਬਦੀਲੀ ਨਾ ਲਿਆਓ। ਤੇ ਸੱਚੀ ਤੁਹਾਡੀ ਇਹ ਮਿਹਨਤ ਆ ਜਿਹੜੀ ਤੁਹਾਨੂੰ 10 ਸਾਲ ਬਾਅਦ ਆਪਣੇ ਬੱਚਿਆਂ ਤੇ ਦਿਸੂਗੀ। ਕਈ ਵਾਰੀ ਮੇਰੇ ਨਾਲ ਬਹੁਤ ਜਾਣੇ ਨਾਰਾਜ਼ ਹੋ ਜਾਂਦੇ ਆ ਵੀ ਤੂੰ ਮਤਲਬ ਤੇਰੇ ਤੇ ਫਰਕ ਨਹੀਂ ਪੈ ਰਿਹਾ ਇਸ ਚੀਜ਼ ਦਾ। ਫਿਰ ਮੈਨੂੰ ਲੱਗਦਾ ਹੁੰਦਾ ਕਿ ਨਹੀਂ, ਮੇਰੇ ਨਾਲੋਂ ਵੱਧ ਮੇਰੇ ਨਿਆਣਿਆਂ ਤੇ ਚੀਜ਼ ਦਾ ਫਰਕ ਪੈ ਸਕਦਾ ਹੈ ਨਾ। ਤੇ ਮੈਨੂੰ ਲੱਗਦਾ ਮਾਂ ਲਈ ਨਾ ਇਹ ਬੜੀ ਜ਼ਰੂਰੀ ਚੀਜ਼ ਆ ਕਿ ਸਿਰਫ ਘਰ ਵਾਲਾ ਤੁਹਾਡੀ ਖੁਸ਼ੀ ਦਾ ਸਬੱਬ ਨਹੀਂ ਹੁੰਦਾ। ਜੇ ਉਹਦੀ ਬਜਾਏ 2 ਜਾਂ 3 ਜਾਂ 1 ਬੱਚਾ ਵੀ ਹੈ ਤੁਹਾਡੀ ਖੁਸ਼ੀ ਉਹਦੇ ਨਾਲ ਵੀ ਹੋ ਸਕਦੀ ਹੈ ਨਾ। ਤੇ ਉਹ ਚੋਂ ਹੀ ਲੱਭਣੀ ਚਾਹੀਦੀ ਆ ਮੇਰੇ ਹਿਸਾਬ ਨਾਲ। ਨਹੀਂ, ਬਿਲਕੁਲ। ਬਹੁਤ ਸਾਰੀਆਂ ਫਿਲਮਾਂ ਹਾਲੀਵੁੱਡ ਦੀਆਂ ਮੈਂ ਖਾਸ ਤੌਰ ਤੇ ਫਿਲਮਾਂ ਭੈਣੇ ਬਹੁਤ ਦੇਖੀਆਂ ਨੇ ਜਿੱਥੇ ਬੱਚੇ ਦੀ ਮੈਂਟਲ ਸਿਚੁਏਸ਼ਨ ਦਿਖਾਈ ਜਾਂਦੀ ਹੈ ਵੀ ਜਦੋਂ ਕੁਛ ਦਿਨ ਆਪਣੀ ਮਾਂ ਨਾਲ ਰਹਿਣ ਜਾਂਦਾ, ਕੁਛ ਦਿਨ ਆਪਣੇ ਉਹ ਪਿਓ ਨਾਲ ਰਹਿਣ ਜਾਂਦਾ, ਤੇ ਜਦੋਂ ਦੋਵਾਂ ਨੂੰ ਇਕੱਠੇ ਦੇਖਦਾ ਤਾਂ ਉਹਨੂੰ ਇਹ ਲੱਗਦਾ ਕਿ ਇਹ ਜਿਹੜੇ ਕੁਛ ਪਲ ਨੇ ਇਹ ਪੂਰੀ ਜ਼ਿੰਦਗੀ ਨਹੀਂ ਬਣ ਸਕਦੇ, ਹੈ ਨਾ। ਸੋ ਬੱਚੇ ਦੇ ਲਈ ਹੋ ਸਕਦਾ ਤੁਹਾਨੂੰ ਦੋਵਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਨਾ ਹੋਵੇ, ਪਰ ਬੱਚੇ ਨੂੰ ਦੋਵਾਂ ਦੀ ਹੀ ਉਨੀ ਜ਼ਰੂਰਤ ਹੁੰਦੀ ਆ। ਅਗਰ ਤੁਸੀਂ ਨਹੀਂ ਵੀ ਤੁਹਾਡੀ ਬਣ ਰਹੀ ਆਪਸ ਦੇ ਵਿੱਚ, ਤੁਸੀਂ ਅਲੱਗ ਵੀ ਹੋ ਰਹੇ ਹੋ, ਹਾਂ, ਜਿੱਥੇ ਤੁਸੀਂ ਮੈਂਟਲੀ ਜਾਂ ਫਿਜ਼ੀਕਲੀ ਬਹੁਤ ਜ਼ਿਆਦਾ ਟੌਰਚਰ ਸਹਿ ਰਹੇ ਹੋ, ਉੱਥੇ ਤੁਹਾਨੂੰ ਕੁਝ ਫੈਸਲੇ ਲੈਣੇ ਪੈ ਸਕਦੇ ਨੇ, ਪਰ ਉਹਨਾਂ ਦੇ ਵਿੱਚ ਇਹ ਤੁਸੀਂ ਯਕੀਨੀ ਬਣਾਓ ਕਿ ਤੁਹਾਡੇ ਨਿਆਣਿਆਂ ਦੀ ਮਾਨਸਿਕ ਸਿਹਤ ਦੇ ਉੱਪਰ ਕੋਈ ਅਸਰ ਨਾ ਹੋਵੇ। ਤੁਸੀਂ ਉਹਨਾਂ ਨੂੰ ਚੀਜ਼ਾਂ ਸਮਝਾ ਸਕੋ ਜਦੋਂ ਸਮਝਣ ਦੇ ਕਾਬਿਲ ਹੋ ਜਾਣ ਵੀ ਇਹ ਫੈਸਲੇ ਕਿਉਂ ਲੈ ਗਏ ਸੀ। ਅਤੇ ਜਦੋਂ ਤੁਸੀਂ ਸੈਪਰੇਟ ਵੀ ਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਇਹੋ ਜਿਹੀ ਜ਼ਿੰਦਗੀ ਦਿਓ ਕਿ ਉਹਨਾਂ ਨੂੰ ਲੱਗੇ ਵੀ ਹਾਂ ਠੀਕ ਆ, ਨਾਲ ਰਹਿਣ ਨਾਲੋਂ ਜੇ ਅਸੀਂ ਅੱਡ ਰਹਿ ਰਹੇ ਹਾਂ ਤਾਂ ਮਤਲਬ ਇਹ ਠੀਕ ਆ, ਬਿਹਤਰ ਜ਼ਿੰਦਗੀ ਆ ਸਾਡੀ। ਸੋ ਛੋਟੀਆਂ ਛੋਟੀਆਂ ਆਪਣੀਆਂ ਖਿਜਾਂ ਨੂੰ ਸਾਨੂੰ ਖਤਮ ਕਰ ਦੇਣਾ ਚਾਹੀਦਾ ਸਿਰਫ ਆਪਣੇ ਬੱਚਿਆਂ ਦੇ ਲਈ, ਤਾਂ ਕਿ ਸਾਡਾ ਰਿਸ਼ਤਾ ਸੋਹਣਾ ਹੋ ਸਕੇ, ਅਸੀਂ ਆਉਣ ਵਾਲੀ ਪੀੜ੍ਹੀ ਜ਼ਿਆਦਾ ਮਾਨਸਿਕ ਤੌਰ 'ਤੇ ਤੰਦਰੁਸਤ ਦੇ ਸਕੀਏ। ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਪਰ ਕਈ ਵਾਰੀ ਆਪਾਂ ਲੜ ਪੈਂਦੇ ਹਾਂ ਜਿਹਦਾ ਸਾਨੂੰ ਇਹ ਲੱਗਦਾ ਹੁੰਦਾ ਵੀ ਇਹ ਤਾਂ ਤੁਹਾਡੀ ਆਪਸ ਦੀ ਲੜਾਈ ਸੀਗੀ, ਹੈ ਨਾ, ਪਰ ਤੁਹਾਡੀ ਛੋਟੀ ਜਿਹੀ ਲੜਾਈ ਦਾ ਤੁਹਾਡੇ ਬੱਚੇ ਦੇ ਉੱਪਰ ਕੀ ਅਸਰ ਹੋ ਰਿਹਾ ਅਸੀਂ ਕਦੇ ਨਹੀਂ ਜਾਣਨ ਦੀ ਕੋਸ਼ਿਸ਼ ਕਰਦੇ। ਸੋ ਅੱਜ ਅਸੀਂ ਗੱਲ ਕਰਨਾ ਚਾਹੁੰਦੇ ਸੀਗੇ ਇਸ ਵਿਸ਼ੇ ਦੇ ਉੱਪਰ। ਅਸੀਂ ਵੀ ਆਪਣੇ ਆਪ 'ਚ ਥੋੜ੍ਹਾ ਜਿਹਾ ਆਪਣਾ ਐਨਾਲਿਸਿਸ ਜ਼ਰੂਰ ਕਰਾਂਗੇ ਵੀ ਅਸੀਂ ਕਿੱਥੇ ਕਿੱਥੇ ਗਲਤ ਸੀਗੇ, ਜਾਂ ਉਹ ਖਬਰ ਸੁਣਨ ਤੋਂ ਬਾਅਦ ਤਾਂ ਮੈਨੂੰ ਹੋਰ ਵੀ ਧੱਕਾ ਲੱਗਿਆ ਨਾ ਵੀ ਨਹੀਂ ਯਾਰ, ਬੱਚੇ ਤੇ ਸਾਡੀ ਦਾਅਵੇਦਾਰੀ ਜ਼ਿਆਦਾ ਹੋਣੀ ਚਾਹੀਦੀ ਆ, ਹੈ ਨਾ। ਸੋ ਆਪਣੇ ਹੱਕ ਨਾਲ ਬੱਚਿਆਂ ਦਾ ਤੁਸੀਂ ਖਿਆਲ ਰੱਖੋ ਵੀ ਮੇਰਾ ਇਹਨਾਂ 'ਤੇ ਹੱਕ ਆ, ਹੈ ਨਾ। ਇਹ ਨਾ ਥੋਪੋ ਕਿ ਇਹ ਤੇਰੇ ਵੀ ਨੇ, ਇਹ ਮੇਰੇ ਵੀ ਨੇਗੇ, ਹੈ ਨਾ। ਨਹੀਂ, ਜਿੰਨੇ ਤੁਹਾਡੇ ਨੇਗੇ ਤੁਸੀਂ ਘੱਟੋ ਘੱਟ ਓਨਾ ਤਾਂ ਕਰੋ, ਹੈ ਨਾ। ਉਹਨਾਂ ਨੂੰ ਬਿਲਕੁਲ ਪਰਾਏ ਨਾ ਕਰੋ। ਸੋ ਜ਼ਰੂਰ ਧਿਆਨ ਰੱਖਿਆ ਕਰੋ ਵੀ ਘਰ 'ਚ ਜਦੋਂ ਜਿਹੋ ਜਿਹਾ ਮਾਹੌਲ ਬਣਦਾ ਆ ਤਾਂ ਉਹਦੇ ਨਿਆਣੇ 'ਤੇ ਕੀ ਅਸਰ ਹੋਣਾ ਆ। ਇਹਨਾਂ ਗੱਲਾਂ ਬਾਤਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ।